चक्र चिहन अर वर्ण जात अर पात नहन जेहे रूप रंग अर रेख पेख को कह ना सकत केहे अचल मूरत अनपहु प्रकाश अमितोज कहिजै कोट इंद्र इंद्राण साहे साहान गणिजै त्रिभुवन महीप सुर नर असुर नेत नेत बन तृण कहत त्वै सर्ब नाम कथय कवन कर्म नाम वर्णत सुमत एक मन पुरख ध्याय बरदाता संत सहार सदा बिख्याता तास चरण ले हृदय बसावो तो परम गुरु नानक गुण गावो गावो गुण परम गुरु सुख सागर दुर्त निवारण शब्द सरे गावह गंभीर धीर मत सागर जोगी जंगम ध्यान धरे गावह इंद्राद भगत प्रहलाद को आत्म रस जिन जानियो कब कल सुजस गावो गुरु नानक राज जोग जिन माणियो कब कल सुजस गावो गुरु नानक राज जोग जिन माणियो। वाहिगुरु साहिब जी काल गयो इन काम न स्यो जड़ काल कृपाल हिए ना चितारियो लाज को छाड़ निर्लाज अरे ताज काज अकाज को काज सवारियो बाज बने गाज राज बड़े खार को चाड़ बो चित बीच विचारियो श्री भगवंत भजियो ना अरे जड़ लाज ही लाज तै काज बिगारियो। वाहिगुरु जी का खालसा वाहिगुरु जी की फतेह। पतित पावन भगत वत्सल किरपा निधान सतगुरु बाणी गुरु गुरु है बाणी विच बाणी अमृत सारे गुरबाणी कह सेवक जन मानै प्रतख गुरु निस्तारे। श्री गुरु ग्रंथ साहिब जी महाराज दे पावन पवित्र चरना कमलों विखे संध्या दे सजे दीवाना दियां हाजरियां पा रही सत्कारयोग गुरु खालसा साध संगत जी कलगीधर पिता जी महाराज 10वें पातशाह जी का हुक्म है खालसे प्रति संध्या समय सुने रहरास कीर्तन कथा सुने हर जास इनमें नेम जो एक कराए सो सिख अमरापुरी को जाए। गुरु का सिख जिथे अमृत वेले उठ के बाणी का अभ्यास करे नाम जपे उथे शाम वेले भी रहरास का पाठ सुने कीर्तन सुने कथा सुने हरि दा जस सुने। जिहड़ा सिख नेम नाल ये साधना करेगा महाराज कहते सचखंड दा वासी बनेगा। आप जी ने गुरु दरबार में हाजिर हो के जिथे सौदा रहरास साहिब जी दे पाठ आरती आरते दा कीर्तन सरवण कीता है गुरमुख पगै प्यारे सत्कारयोग भाई साहब दलवीर सिंह जी की रसना तो वाहिगुरु गुरमंत्र की महिमा भी सरवण कीती है क्योंकि सारी बाणी का जो तत्सार है जितनी सतगुरु सच्चे पातशाह कलगीधर जी ने बाणी उच्चारण की है जितनी बाणी श्री गुरु ग्रंथ साहब जी महाराज विच है जां भाई गुरदास जी की बाणी है भाई साहब भाई नंद लाल जी की बाणी है सारी बाणी धुर तो आई है तो इहदा प्रयोजन इक्को ही है भी जीव आत्मा नूं परमात्मा नाल जोड़िया जावे।
ਜਿਸ ਕਾਰਜ ਦੇ ਲਈ ਅਸੀਂ ਆਏ ਹਾਂ ਇਸ ਸੰਸਾਰ ਵਿੱਚ, ਉਹ ਕਾਰਜ ਇਹੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਇਹ ਨਾਮ ਸਿਮਰਨ ਦਾ ਲਾਹਾ ਲੈਣ ਵਾਸਤੇ ਇਸ ਸਰੀਰ ਦੇ ਵਿੱਚ, ਇਸ ਵਜੂਦ ਵਿੱਚ ਆਏ ਹਾਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ। ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰਨਾ ਜੋ ਕੇ ਚੁਨੀ ਆਮਦਨ ਨਬੂਦ ਮਰਾ। ਉਹ ਕਹਿੰਦੇ, ਹੇ ਪਾਤਸ਼ਾਹ, ਹੇ ਕਲਗੀਆਂ ਵਾਲੇ ਸਤਿਗੁਰੂ, ਤੇਰੀ ਬੰਦਗੀ ਕਰਨ ਵਾਸਤੇ, ਤੇਰੀ ਇਬਾਦਤ ਕਰਨ ਵਾਸਤੇ, ਤੇਰੀ ਭਗਤੀ ਕਰਨ ਵਾਸਤੇ ਮੈਂ ਇਸ ਸਰੀਰ ਵਿੱਚ ਆਇਆ ਹਾਂ। ਜੇ ਮਹਾਰਾਜ ਤੇਰੀ ਬੰਦਗੀ ਨਾ ਕਰਨੀ ਹੁੰਦੀ, ਫਿਰ ਇਸ ਸਰੀਰ ਵਿੱਚ ਆ ਕੇ ਮੈਂ ਕੀ ਲੈਣਾ ਸੀ। ਸੋ ਪਿਆਰੇ ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠ ਕੇ ਆਪ ਜੀ ਨਾਮ ਸਿਮਰਨ ਕੀਤਾ। ਹੁਣ ਕਥਾ ਸਰਵਣ ਕਰੀਏ। ਦਸਵੇਂ ਪਾਤਸ਼ਾਹ ਮਹਾਰਾਜ 33 ਸਵਈਆਂ ਦੁਆਰਾ ਭਰਮੀ ਵਹਿਮੀ ਲੋਕਾਂ ਦਾ ਭਰਮ ਵਹਿਮ ਕੱਢ ਰਹੇ ਨੇ, ਕਿਉਂਕਿ ਸਤਿਗੁਰਾਂ ਨੇ ਐਸੇ ਬਚਨ ਆਪਣੀ ਬਾਣੀ ਵਿੱਚ ਲਿਖੇ ਹਨ ਕਿ ਜੇ ਭਾਈ ਪਰਮੇਸ਼ਰ ਦੀ ਬੰਦਗੀ ਨਹੀਂ ਕਰਨੀ ਤਾਂ ਜੋ ਤੂੰ ਧਰਮ ਦਾ ਅਡੰਬਰ ਕਰ ਰਿਹਾ ਹੈ ਸਭ ਬਿਰਥਾ ਹੀ ਹੈ। ਔਰ ਸਾਰੀ ਜ਼ਿੰਦਗੀ ਇਹਨਾਂ ਕੰਮਾਂ ਵਿੱਚ ਹੀ ਲੰਘ ਗਈ। ਜਿਹੜਾ ਅਸਲ ਮਕਸਦ ਸੀ ਵਾਹਿਗੁਰੂ ਦੀ ਪ੍ਰਾਪਤੀ ਦਾ, ਉਹ ਵਿੱਚ ਹੀ ਰਹਿ ਗਿਆ। ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਰਮੇਸ਼ਰ ਨਾਲ ਪ੍ਰੇਮ ਕਰਨਾ ਉਹਨਾਂ ਨੇ ਪਰਮੇਸ਼ਰ ਨੂੰ ਪਾਉਣਾ, ਵਰਨਾ ਸਾਰਿਆਂ ਨੇ ਅਧਵਾਟੇ ਹੀ ਰਹਿ ਜਾਣਾ ਹੈ। ਆਓ ਹੁਣ ਮਹਾਰਾਜ ਦੇ ਬਚਨ ਸਰਵਣ ਕਰੋ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਲ ਗਇਓ ਇਨ ਕੰਮ ਨਸਿਓ ਜੜ। ਮਹਾਰਾਜ ਕਹਿੰਦੇ, ਹੈ ਮੂਰਖ, ਇਹਨਾਂ ਬੇਅਰਥ ਕੰਮਾਂ ਵਿੱਚ ਤੇਰਾ ਸਮਾਂ ਬਤੀਤ ਹੋਇਆ। ਕਾਲ ਨਾਮ ਸਮੇਂ ਦਾ ਹੈ ਤੇ ਸਮਾਂ ਲੰਘਦਾ ਜਾ ਰਿਹਾ ਹੈ, ਸਮਾਂ ਰੁਕਦਾ ਨਹੀਂ। ਹੇ ਜੜ, ਹੇ ਮੂਰਖ, ਹੇ ਅਗਿਆਨੀ ਜੀਵ, ਤੇਰਾ ਕੀਮਤੀ ਦੁਰਲੱਭ ਸਮਾਂ ਐਸੇ ਫੋਕਟ ਕਰਮਾਂ ਦੇ ਵਿੱਚ ਬਤੀਤ ਹੋ ਰਿਹਾ ਹੈ। ਕਾਲ ਕਿਰਪਾਲ ਹੀਐ ਨਾ ਚਿਤਾਰੇ। ਤੋ ਉਸ ਕਿਰਪਾਲੂ ਪ੍ਰਭੂ ਨੂੰ ਹਿਰਦੇ ਕਰਕੇ ਪਰਮੇਸ਼ਰ ਨੂੰ ਯਾਦ ਹੀ ਨਹੀਂ ਕੀਤਾ। ਤੇਰਾ ਇਹ ਸਮਾਂ ਬੜਾ ਕੀਮਤੀ ਸੀ ਜਿਹੜਾ ਤੂੰ ਹੋਰ ਕੰਮਾਂ ਵਿੱਚ ਬਤੀਤ ਕਰ ਲਿਆ। ਕਾਲ ਗਇਓ ਇਨ ਕਾਮਨ ਸਿਓ ਜੜ। ਦੇਖੋ, ਕਾਲ ਸ਼ਬਦ ਦੋਵਾਂ ਥਾਵਾਂ ਤੇ ਆਇਆ ਹੈ। ਇਹਦੇ ਵਿੱਚ ਬੜੀ ਬਰੀਕੀ ਹੈ ਖਾਲਸਾ ਜੀ। ਜਿਨ੍ਹਾਂ ਦੀ ਦਵੈਤ ਬਿਰਤੀ ਹੈ ਉਹ ਦੋ ਅਰਥ ਕਰਨਗੇ ਵੀ ਕਾਲ ਪਹਿਲਾਂ ਸਮੇਂ ਦਾ ਹੈ, ਬਾਅਦ ਵਿੱਚ ਪਰਮੇਸ਼ਰ ਦਾ ਅਰਥ ਹੈ। ਪਰੰਤੂ ਜੇ ਅਦਵੈਤ ਦ੍ਰਿਸ਼ਟੀ ਬਣ ਜਾਵੇ ਤਾਂ ਫਿਰ ਸਮੇਂ ਵਿੱਚ ਵੀ ਤਾਂ ਪਰਮੇਸ਼ਰ ਹੀ ਵਰਤ ਰਿਹਾ ਹੈ, ਸਮਾਂ ਵੀ ਪਰਮੇਸ਼ਰ ਦਾ ਹੀ ਰੂਪ ਹੈ। ਵਕਤ ਵਿਚਾਰੇ ਸੋ ਬੰਦਾ ਹੋਏ, ਇਹਦੀ ਬੜੀ ਡੂੰਘੀ ਵਿਚਾਰ ਮਹਾਂਪੁਰਸ਼ਾਂ ਨੇ ਦੱਸੀ। ਵਕਤ ਨਾਮ ਸਮੇਂ ਦਾ ਵੀ ਹੈ, ਵਕਤ ਨਾਮ ਪਰਮੇਸ਼ਰ ਦਾ ਹੈ। ਜਿਹੜਾ ਪਰਮੇਸ਼ਰ ਦੀ ਵਿਚਾਰ ਕਰੇ, ਸਮੇਂ ਦੇ ਅੰਦਰ ਰਹਿ ਕੇ ਸਮੇਂ ਦੀ ਕਦਰ ਕਰਦਾ ਹੋਇਆ ਨਾਮ ਜਪੇ, ਉਹਦਾ ਸਮਾਂ ਸਫਲ ਹੈ। ਪਰ ਇਹ ਸਮਾਂ ਰੂਪੀ ਪਰਮੇਸ਼ਰ ਜੋ ਹੈ, ਇਹਨੂੰ ਉਹੀ ਸਮਝ ਸਕਦਾ ਜਿਹੜਾ ਹਰ ਚੀਜ਼ ਵਿੱਚ ਪਰਮੇਸ਼ਰ ਨੂੰ ਸਮਝੇ, ਹਰ ਰੰਗ ਵਿੱਚ ਪਰਮੇਸ਼ਰ ਨੂੰ ਵੇਖੇ, ਹਰ ਦਿਸ਼ਾ ਵਿੱਚ, ਹਰ ਜਗ੍ਹਾ ਵਿੱਚ, ਹਰ ਸਮੇਂ ਵਿੱਚ ਵਾਹਿਗੁਰੂ ਹੀ ਹੈ। ਮਹਾਰਾਜ ਕਹਿੰਦੇ, ਐਸਾ ਸਮਾਂ ਤੇਰਾ ਦੁਰਲੱਭ ਕੀਮਤੀ ਸਮਾਂ ਸੀ। ਹੇ ਮੂਰਖ, ਉਹ ਹੋਰ ਫੋਕਟ ਕਰਮਾਂ ਵਿੱਚ ਲੰਘ ਗਿਆ। ਪਰ ਜੋ ਪਰਮੇਸ਼ਰ ਵਾਹਿਗੁਰੂ ਕਾਲ ਕਿਰਪਾਲ ਮਹਾ ਕਿਰਪਾਲੂ ਪਰਮੇਸ਼ਰ ਹੈ, ਹੀਐ ਨਾ ਚਿਤਾਰਿਓ, ਉਹਨੂੰ ਤੂੰ ਆਪਣੇ ਹਿਰਦੇ ਵਿੱਚ ਚੇਤੇ ਨਹੀਂ ਕੀਤਾ। ਲਾਜ ਕੋ ਛਾੜ ਨਿਰਲਾਜ ਅਰੇ। ਹੇ ਮੂਰਖ, ਤੂੰ ਲਾਜ ਛੱਡ ਦਿੱਤੀ, ਬੇਸ਼ਰਮ ਹੋ ਗਿਆ, ਸ਼ਰਮ ਹਿਆ ਤਿਆਗ ਦਿੱਤੀ ਹੈ। ਤੂੰ ਇਹ ਸੋਚਿਆ ਹੀ ਨਹੀਂ ਵੀ ਮੈਨੂੰ ਧਰਮਰਾਜ ਦੀ ਕਚਹਿਰੀ ਵਿੱਚ ਜਾ ਕੇ ਜਵਾਬ ਦੇਣੇ ਪੈਣੇ। ਲਾਜ ਕੋ ਛਾੜ, ਸ਼ਰਮ ਛੱਡ ਦਿੱਤੀ, ਨਿਰਲਾਜ ਅਰੇ। ਹੇ ਬੇਸ਼ਰਮ, ਅਰੇ ਇਹ ਅਰੇ ਬਹੁਤ ਜਗ੍ਹਾ ਤੇ ਬਾਣੀ 'ਚ ਆਉਂਦਾ। ਦਸਮ ਪਾਤਸ਼ਾਹ ਜੀ ਦੀ ਸੰਬੋਧਨ ਕਾਰਕ ਸ਼ਬਦ ਹੈ। ਜੀਵ ਨੂੰ ਸੰਬੋਧਨ ਕਰਕੇ ਮਹਾਰਾਜ ਕਹਿੰਦੇ,
हे ਬੇਸ਼ਰਮ ਜੀਵ ਨਿਰਲਾਜ ਜੀਵ ਤੂੰ ਲਾਜ ਨੂੰ ਛੱਡ ਦਿੱਤਾ ਹੈ। ਤਜ ਕਾਜ ਅਕਾਜ ਕੋ ਕਾਜ ਸਵਾਰਿਓ। ਤਜ ਕਾਜ ਜਿਹੜਾ ਸਭ ਤੋਂ ਜ਼ਰੂਰੀ ਕੰਮ ਸੀਗਾ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ, ਉਹ ਕੰਮ ਛੱਡ ਦਿੱਤਾ। ਤਜ ਕਾਜ ਅਸਲੀ ਕੰਮ ਤਿਆਗ ਕੇ ਫੋਕਟ ਕਰਮਾਂ ਵਿੱਚ ਪੈ ਗਿਆ। ਅਕਾਜ ਕੋ ਕਾਜ ਸਵਾਰਿਓ। ਅਕਾਜ ਕਹਿੰਦੇ ਆ ਜਿਹੜਾ ਬੇਕਾਰ ਕੰਮ ਹੋਵੇ, ਨਕੰਮਾ ਜਿਹਾ ਕੰਮ ਹੋਵੇ, ਜਿਹਦੇ ਵਿੱਚੋਂ ਨਿਕਲਣਾ ਕੁਝ ਨਾ ਹੋਵੇ, ਬੇਲੋੜਾ ਫਜ਼ੂਲ ਕੰਮ, ਜਿਹੜੇ ਫਜ਼ੂਲ ਕੰਮ ਸਨ ਉਹ ਤੂੰ ਕਰਦਾ ਰਿਹਾ, ਪਰ ਜਿਹੜਾ ਅਸਲੀ ਕੰਮ ਸੀ ਤੂੰ ਕੀਤਾ ਹੀ ਨਹੀਂ। ਅਵਰ ਕਾਜ ਤੇਰਾ ਕਿਤਾ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਕੰਮ ਤੇਰੇ ਕੰਮ ਆਉਣੇ ਨਹੀਂ। ਸਾਧ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦਾ ਭਜਨ ਕਰਨਾ ਇਹ ਤੇਰਾ ਕੰਮ ਸੀ, ਉਹ ਤੂੰ ਕੀਤਾ ਨਹੀਂ। ਜਿਹੜੇ ਕੰਮ ਤੇਰੇ ਕੰਮ ਆਉਣੇ ਨਹੀਂ ਉਹ ਕੰਮ ਤੂੰ ਕਰਦਾ ਰਿਹਾ ਹੈ। ਤਜ ਕਾਜ ਅਸਲੀ ਕੰਮ ਛੱਡ ਦਿੱਤਾ ਬੰਦਗੀ ਵਾਲਾ। ਅਕਾਜ ਕੋ ਕਾਜ ਸਵਾਰਿਓ ਬੇਲੋੜੇ ਕੰਮਾਂ ਨੂੰ ਆਪਣਾ ਕੰਮ ਸਮਝ ਕੇ ਸਵਾਰਨ ਤੇ ਲੱਗਾ ਰਿਹਾ ਹੈ। ਕਾਜ ਬਨੇ ਗਜ ਰਾਜ ਵੱਡੇ। ਦੇਖੋ ਕਿੱਡੀ ਮੂਰਖਤਾ ਹੈ, ਅਗਿਆਨਤਾ ਹੈ ਜੀਵ ਦੀ, ਵੀ ਸਵਾਰੀ ਵਾਸਤੇ ਬੜੇ ਬੜੇ ਸੋਹਣੇ ਘੋੜੇ ਖੜੇ ਹਨ, ਬੜੇ ਆਲੀਸ਼ਾਨ ਸੁੰਦਰ ਵਧੀਆ ਘੋੜੇ ਹਨ, ਉਹਨਾਂ ਤੇ ਕਾਠੀਆਂ ਵੀ ਬੜੀਆਂ ਸੋਹਣੀਆਂ ਪਾਈਆਂ ਹੋਈਆਂ ਹਨ, ਔਰ ਸਵਾਰੀ ਵਾਸਤੇ ਹਾਥੀ ਵੀ ਖੜੇ ਹਨ, ਬੜੇ ਸੋਹਣੇ ਸੁੰਦਰ ਹਾਥੀ, ਸੋਨੇ ਦੇ ਹੋਦਿਆਂ ਵਾਲੇ, ਜਿਨ੍ਹਾਂ ਦੇ ਗਲ ਵਿੱਚ ਸੁਨਹਿਰੀ ਜੰਜੀਰਾਂ ਹਨ। ਐਸੇ ਸੋਹਣੇ ਘੋੜਿਆਂ ਤੇ ਹਾਥੀਆਂ ਨੂੰ ਛੱਡ ਕੇ ਹਰ ਕੋ ਚੜਬੋ ਚਿਤ ਬੀਚ ਵਿਚਾਰਿਓ। ਇਸ ਮੂਰਖ ਨੇ ਖੋਤੇ ਦੀ ਸਵਾਰੀ ਪਸੰਦ ਕਰ ਲਈ ਹੈ। ਹਾਥੀ ਖੜੇ ਹੋਣ, ਘੋੜੇ ਖੜੇ ਹੋਣ, ਹਾਥੀ ਘੋੜਿਆਂ ਨੂੰ ਛੱਡ ਕੇ ਜੇ ਕੋਈ ਅਗਿਆਨੀ ਮੂਰਖ ਖੋਤੇ ਦੀ ਸਵਾਰੀ ਕਰੇ, ਉਹਨੂੰ ਕੌਣ ਸਿਆਣਾ ਕਹੇਗਾ। ਭਾਵ ਤੇਰੇ ਕੋਲ ਸ਼ੁਭ ਕਰਮਾਂ ਰੂਪੀ ਘੋੜੇ ਸਨ, ਜਿਵੇਂ ਮਹਾਰਾਜ ਕਹਿੰਦੇ 7 ਘੋੜੇ ਲੈ ਚੱਲ, ਸਚਾਈ ਦੇ ਘੋੜੇ ਸਨ, ਨੇਕੀ ਦੇ ਘੋੜੇ ਸਨ, ਤਾਂ ਉਹਨਾਂ ਦੀ ਸਵਾਰੀ ਨਹੀਂ ਕੀਤੀ। ਸ਼ੁਭ ਗੁਣਾ ਰੂਪੀ ਹਾਥੀਆਂ ਦੀ ਸਵਾਰੀ ਨਹੀਂ ਕੀਤੀ, ਭੈੜੇ ਕੰਮਾਂ ਰੂਪੀ ਖੋਤਿਆਂ ਤੇ ਚੜ੍ਹ ਗਿਆ ਹੈ। ਖਰ ਕੋ ਚੜ੍ਹਬੋ, ਖਰ ਨਾਮ ਖੋਤੇ ਦਾ ਹੈ। ਖੋਤੇ ਤੇ ਚੜ੍ਹਨਾ ਪਸੰਦ ਕੀਤਾ, ਹਾਥੀ ਦੀ ਸਵਾਰੀ ਛੱਡ ਦਿੱਤੀ, ਕੌਣ ਸਿਆਣਾ ਕਹੇਗਾ। ਇਹ ਮੂਰਖ ਅਗਿਆਨੀ ਜੀਵ, ਤੂੰ ਸ਼ੁਭ ਗੁਣਾਂ ਦੇ ਘੋੜਿਆਂ ਤੇ ਨਹੀਂ ਚੜ੍ਹਿਆ, ਬਲਕਿ ਭੈੜੇ ਕੰਮਾਂ ਦੇ ਖੋਤਿਆਂ ਤੇ ਬੈਠ ਗਿਆ ਹੈ। ਸ੍ਰੀ ਭਗਵੰਤ ਭਜਿਓ ਨਾ ਆਰੇ ਜੜ। ਇਹ ਜੜ ਮੂਰਖ ਅਗਿਆਨੀ ਜੀਵ, ਸ੍ਰੀ ਭਗਵੰਤ ਪਰਮੇਸ਼ਰ ਵਾਹਿਗੁਰੂ ਦਾ ਭਜਨ ਤੂੰ ਨਹੀਂ ਕੀਤਾ। ਲਾਜ ਹੀ ਲਾਜ ਤੈ ਕਾਜ ਵਿਗਾਰਿਓ। ਤੂੰ ਇਸੇ ਤਰ੍ਹਾਂ ਸ਼ਰਮੋ ਸ਼ਰਮੀ ਸਾਰੀ ਜ਼ਿੰਦਗੀ ਵਿਗਾੜ ਲਈ, ਕੰਮ ਹੀ ਵਿਗਾੜ ਲਿਆ। ਬਹੁਤੇ ਲੋਕ ਨਾਮ ਇਸ ਕਰਕੇ ਵੀ ਨਹੀਂ ਜਪ ਸਕਦੇ ਵੀ ਦੁਨੀਆ ਕੀ ਕਹੇਗੀ ਜੇ ਗੁਰੂ ਵਾਲੇ ਬਣ ਗਏ। ਦੁਨੀਆ ਕੀ ਕਹੇਗੀ ਜੇ ਅਸੀਂ ਨਾਮ ਜਪਣ ਲੱਗ ਪਏ। ਮਖੌਲ ਕਰਨਗੇ ਸਾਰੇ, ਕਹਿਣਗੇ ਵੱਡਾ ਭਗਤ ਬਣ ਗਿਆ। ਲੋਕ ਕਹਿਣਗੇ ਪਹਿਲਾਂ ਦੇ ਸਾਰੇ ਭੈੜੇ ਕੰਮ ਕਰਦਾ ਸੀ, ਹੁਣ ਇਹ ਪਖੰਡ ਕਰਦਾ ਹੈ। ਇਸ ਗੱਲ ਤੋਂ ਵੀ ਡਰਦੇ ਮਾਰੇ ਕਈ ਨਾਮ ਨਹੀਂ ਜਪਦੇ, ਕਿਉਂਕਿ ਲੋਕਾਂ ਨੇ ਕਹਿ ਹੀ ਦੇਣਾ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਤੁਰ ਪਈ ਹੈ। ਤੇ ਕਈ ਬੰਦੇ ਇੰਨੀ ਗੱਲ ਸੁਣ ਨਹੀਂ ਸਕਦੇ, ਉਹ ਚੂਹੇ ਹੀ ਖਾਈ ਜਾਂਦੇ ਆ, ਹੱਜ ਨਹੀਂ ਜਾਂਦੇ। ਉਹ ਕਹਿੰਦੇ ਬਸ ਆਪਾਂ ਜਿਹੜੇ ਕੰਮ ਤੇ ਲੱਗੇ ਉਹੀ ਕਰਨਾ। ਉਹਨਾਂ ਬਾਰੇ ਸਤਿਗੁਰੂ ਕਲਗੀਧਰ ਕਹਿੰਦੇ ਵੀ ਤੂੰ ਇਸੇ ਸ਼ਰਮ ਵਿੱਚ ਹੀ ਆਪਣਾ ਕੰਮ ਵਿਗਾੜ ਲਿਆ। ਭਾਈ ਇਹ ਨਾ ਸੋਚ ਦੁਨੀਆ ਕੀ ਕਹੇਗੀ। ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਤਰਹਿ ਮਸਾਨ। ਹੁਣ ਤੇ ਆਪਾਂ ਨੂੰ ਇਹੀ ਬਿਮਾਰੀ ਹੈ ਨਾ ਵੀ ਸਾਨੂੰ ਲੋਕ ਕੀ ਕਹਿਣਗੇ। ਪਰ ਮਹਾਰਾਜ ਕਹਿੰਦੇ ਜਦੋਂ ਚੁੱਕ ਕੇ ਲੋਕਾਂ ਨੇ ਹੀ ਤੈਨੂੰ ਮੜੀਆਂ 'ਚ ਰੱਖ ਦੇਣਾ, ਅੱਗ 'ਚ ਸਾੜ ਦੇਣਾ, ਉਸ ਵੇਲੇ ਲੋਕਾਂ ਦੀ ਲਾਜ ਕਿੱਥੇ ਗਈ। ਲਾਜ ਵਾਸਤੇ, ਸ਼ਰਮ ਵਾਸਤੇ ਲੋਕ ਬੜਾ ਸੋਚਦੇ ਆ ਵੀ ਸਾਡੀ ਲਾਜ ਬਣੀ ਰਵੇ, ਸ਼ਰਮ ਬਣੀ ਰਵੇ, ਇੱਜ਼ਤ ਬਣੀ ਰਵੇ, ਲੋਕ ਸਾਨੂੰ ਮਾੜਾ ਨਾ ਕਹਿਣ। ਤੇ ਉਸੇ ਕੰਮ ਵਾਸਤੇ ਗੁਰੂ ਨਾਲ ਟੁੱਟੇ ਰਹਿੰਦੇ ਆ।
ਬੰਦਗੀ ਤੋਂ ਸਖਣੇ ਰਹਿੰਦੇ ਆ, ਬਾਣੀ ਤੋਂ, ਨਾਮ ਤੋਂ, ਸੇਵਾ ਤੋਂ, ਸਿਮਰਨ ਤੋਂ ਵਾਂਝੇ ਰਹਿ ਜਾਂਦੇ ਆ। ਜੇ ਲੋਕ ਕਰਨ ਲੱਗ ਜਾਣ ਤਾਂ ਉਹ ਵੀ ਕਰਨ ਲੱਗ ਪੈਂਦੇ ਆ, ਜੇ ਨਾ ਲੋਕ ਕਰਨ ਤਾਂ ਫਿਰ ਨਹੀਂ ਕਰਦੇ। ਅੱਜ ਕੱਲ੍ਹ ਦੇਖਾ ਦੇਖੀ ਬਹੁਤ ਹੈ। 5 ਪ੍ਰਕਾਰ ਦੀ ਸਿੱਖੀ 10ਵੇਂ ਪਾਤਸ਼ਾਹ ਜੀ ਨੇ ਦੱਸੀ ਸੀ। ਗੁਰ ਪ੍ਰਤਾਪ ਸੂਰਜ ਵਿੱਚ ਬਚਨ ਆਉਂਦੇ ਆ। 5 ਪ੍ਰਕਾਰ ਦੀ ਸਿੱਖੀ ਕਿਹੜੀ ਹੈ? ਧੰਦੇ ਕੀ, ਇੱਕ ਦੇਖਾ ਦੇਖੀ, ਹਿਰਸੀ ਤ੍ਰੈ, ਸਿਦਕੀ ਅਵਰੇਖੀ, ਪੰਚਮ ਅਹਿ ਭਾਵ ਕੀ ਭਲੇ। 5 ਪ੍ਰਕਾਰ ਦੀ ਸਿੱਖੀ ਮਹਾਰਾਜ ਕਹਿੰਦੇ ਆ। ਪਹਿਲੀ ਧੰਦੇ ਦੀ ਹੈ। ਕੋਈ ਕੰਮਕਾਰ ਨਹੀਂ ਲੱਭਦਾ, ਸਿੱਖਾਂ ਦੇ ਨਾਲ ਕੰਮਕਾਰ ਬਣ ਜਾਏਗਾ। ਇਸ ਕਰਕੇ ਸੰਗਤ 'ਚ ਆਉਣਾ ਜਾਣਾ ਸ਼ੁਰੂ ਕਰ ਦਿੱਤਾ। ਰੋਟੀ ਰੋਜੀ ਦਾ ਮਸਲਾ ਹੈ। ਗੁਰਦੁਆਰੇ 'ਚ ਨੌਕਰੀ ਮਿਲ ਜਾਏਗੀ, ਜੇ ਗੁਰਦੁਆਰੇ 'ਚ ਨਾ ਮਿਲੀ ਕਿਸੇ ਸਿੱਖ ਦੀ ਦੁਕਾਨ 'ਤੇ ਕੰਮ ਬਣ ਜਾਏਗਾ, ਕਿਸੇ ਦੇ ਨਾਲ ਰਲ ਮਿਲ ਕੇ ਆਪਣਾ ਗੁਜ਼ਾਰਾ ਚੱਲੀ ਜਾਏਗਾ। ਇਹਨੂੰ ਕਹਿੰਦੇ ਧੰਦੇ ਦੀ ਸਿੱਖੀ। ਦੂਸਰੀ ਹੈ ਦੇਖਾ ਦੇਖੀ ਦੀ। ਲੋਕ ਗੁਰਦੁਆਰੇ ਜਾਂਦੇ ਆ, ਆਪਾਂ ਵੀ ਚੱਲੀਏ। ਲੋਕਾਂ ਨੇ ਕੰਮ ਸੇਵਾ ਕੀਤੀ, ਉਹਨਾਂ ਨੂੰ ਬੜਾ ਕੁਝ ਮਿਲ ਗਿਆ, ਆਪਾਂ ਨੂੰ ਵੀ ਮਿਲ ਜਾਏਗਾ। ਦੇਖਾ ਦੇਖੀ ਸਭ ਕਰੇ, ਮਨ ਮਖਬੂਜ ਨਾ ਪਾਏ। ਬਹੁਤ ਦੁਨੀਆ ਦੇਖਾ ਦੇਖੀ ਤੇ ਹੀ ਚੱਲਦੀ ਹੈ। ਜੇ ਲੋਕ ਨਹੀਂ ਜਾਂਦੇ ਆਪਾਂ ਵੀ ਨਹੀਂ ਜਾਂਦੇ, ਜੇ ਲੋਕ ਜਾਂਦੇ ਆਪਾਂ ਵੀ ਜਾਵਾਂਗੇ। ਉਹ ਗੁਰੂ ਨਾਲ ਕੋਈ ਪਿਆਰ ਨਹੀਂ, ਸਿਰਫ ਦੇਖਾ ਦੇਖੀ ਨਾਲ ਪਿਆਰ ਹੈ। ਤੀਸਰੀ ਹਿਰਸ ਦੀ ਸਿੱਖੀ ਹੈ ਵੀ ਗੁਰੂ ਮਹਾਰਾਜ ਦੇ ਘਰ ਜਾਵਾਂਗੇ, 40 ਦਿਨ ਸਾਡੇ ਘਰ ਕਾਕਾ ਹੋ ਜਾਵੇ, ਕਾਕੇ ਦੀ ਕੁੜਮਾਈ ਹੋ ਜਾਵੇ, ਦੁਕਾਨ ਤੇ ਗਾਹਕ ਚੰਗੇ ਆਣ ਲੱਗ ਜਾਣ, ਨੌਕਰੀ ਵਧੀਆ ਮਿਲ ਜਾਵੇ, ਅਸੀਂ ਅੰਮ੍ਰਿਤ ਛਕ ਲਾਂਗੇ, ਅਸੀਂ ਅਖੰਡ ਪਾਠ ਕਰਾਵਾਂਗੇ, ਅਸੀਂ ਇਹ ਸੁਖਣਾ ਉਹ ਸੁਖਣਾ, ਕਈ ਤਰ੍ਹਾਂ ਦੀਆਂ ਸੁੱਖ ਲੈਣੀਆਂ। ਹਿਰਸ ਦੀ ਸਿੱਖੀ ਹੈ। ਚੌਥੀ ਹੈ ਸਿਦਕ ਦੀ ਸਿੱਖੀ। ਭਾਵੇਂ ਬੰਦ ਕੱਟੇ ਜਾਣ ਪਰ ਗੁਰੂ ਨਾਲੋਂ ਟੁੱਟਣਾ ਨਹੀਂ। ਬਹੁਤ ਘੱਟ ਬੰਦੇ ਚੌਥੀ ਤਰ੍ਹਾਂ ਦੇ ਹੁੰਦੇ ਆ ਜਿਹੜੇ ਸਿਦਕ ਨਿਭਾ ਜਾਂਦੇ ਆ। ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਪੰਜਵੀਂ ਸਿੱਖੀ ਪ੍ਰੇਮ ਦੀ ਹੈ। ਜੈਸੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਹੋਏ। ਸੱਚੀ ਆਸ਼ਕੀ ਗੁਰੂ ਨਾਲ ਕੀਤੀ ਹੈ। ਭਾਵੇਂ ਗੁਰੂ ਮਾਰੇ ਭਾਵੇਂ ਰੱਖੇ, ਆਪਣਾ ਸੀਸ ਹੀ ਭੇਟਾ ਕਰ ਦਿੱਤਾ ਹੈ। ਉਹਨਾਂ ਨੂੰ 5 ਪਿਆਰਿਆਂ ਦਾ ਖਿਤਾਬ ਮਿਲਿਆ ਹੈ। ਐਸੀ ਸਿੱਖੀ ਬਹੁਤ ਘੱਟ ਵਿਰਲੇ ਬੰਦਿਆਂ ਨੂੰ ਨਸੀਬ ਹੁੰਦੀ ਹੈ ਜਿਹੜੇ ਪ੍ਰੇਮ ਦੇ ਪੁਜਾਰੀ ਹੁੰਦੇ ਆ। ਭਾਈ ਸਾਹਿਬ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, 5 ਪਿਆਰਿਆਂ ਬਾਰੇ ਸਾਧ ਸੰਗਤ ਜੀ ਜੇ ਪਿਆਰ ਦੀ ਪਰਖ ਕਰਨੀ, ਬਹੁਤਾ ਕੁਝ ਨਾ ਜਾਓ ਤੇ ਇੱਥੇ ਦੇਖ ਲਓ ਵੀ 3 ਪਿਆਰੇ ਚਮਕੌਰ ਦੀ ਗੜੀ ਵਿੱਚ ਮਹਾਰਾਜ ਦੇ ਸਾਹਮਣੇ 10 ਲੱਖ ਵੈਰੀ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ। ਭਾਈ ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। 2 ਪਿਆਰਿਆਂ ਦੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦੇ ਭਾਈ ਧਰਮ ਸਿੰਘ ਦੇ ਅੰਗੀਠੇ ਕਲਗੀਧਰ ਪਾਤਸ਼ਾਹ ਦੇ ਅੰਗੀਠੇ ਦੇ ਨਾਲ ਹੀ ਹਜ਼ੂਰ ਸਾਹਿਬ ਬਣੇ ਹੋਏ ਆ। ਜਦੋਂ ਮਹਾਰਾਜ ਦੇ ਅੰਗੀਠੇ ਨੂੰ ਜਾ ਕੇ ਨਮਸਕਾਰ ਕਰੀਦੀ ਹੈ, ਉੱਥੇ ਭਾਈ ਸਾਹਿਬ ਜੀ ਦੇ ਅੰਗੀਠਿਆਂ ਨੂੰ ਵੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਦਾ ਵੀ ਸਤਿਕਾਰ ਮਾਣ ਉਸੇ ਤਰ੍ਹਾਂ ਹੀ ਹੁੰਦਾ, ਕਿਉਂਕਿ ਗੁਰੂ ਦੇ ਸਨਮੁਖ ਰਹਿ ਕੇ ਪਿਆਰ ਨਿਭਾ ਦਿੱਤਾ। ਗੁਰੂ ਤੋਂ ਦੂਰ ਹੋਏ ਨਹੀਂ, ਇਹਨੂੰ ਕਹਿੰਦੇ ਪਿਆਰ। ਪ੍ਰੇਮ ਦੀ ਸਿੱਖੀ ਹੈ। ਪਰ ਦੇਖਾ ਦੇਖੀ ਵਾਲੇ ਬਹੁਤ ਹਨ ਖਾਲਸਾ ਜੀ। ਦੇਖਾ ਦੇਖੀ ਵਾਲੇ ਵੀ ਜੇ ਕੋਈ ਸੇਵਾ ਕਰਦਾ ਆਪਾਂ ਵੀ ਕਰ ਲਈਏ, ਦੇਖਾ ਦੇਖੀ ਜੋ ਲੋਕ ਕਰਦੇ ਉਹ ਆਪਾਂ ਵੀ ਕਰ ਲਈਏ, ਜੇ ਨਹੀਂ ਕਰਦੇ ਫਿਰ ਆਪਾਂ ਵੀ ਨਹੀਂ ਕਰਨੀ। ਪੁੱਛਦੇ ਫਿਰਦੇ ਆ ਕਈ ਤਾਂ ਵੀ ਆਹ ਕੰਮ ਉਹ ਫਲਾਣਾ ਕਰਦਾ, ਜੇ ਉਹ ਕਰਦਾ ਫਿਰ ਆਪਾਂ ਵੀ ਕਰ ਲੈਂਦੇ ਆ, ਜੇ ਨਹੀਂ ਕਰਦਾ ਫੇਰ ਨਹੀਂ ਕਰਨਾ। ਇਹਨੂੰ ਕਹਿੰਦੇ ਆ ਦੇਖਾ ਦੇਖੀ। ਦੇਖਾ ਦੇਖੀ ਸਭ ਕਰੇ। ਸਾਰੁਕਤਾਵਲੀ ਦੇ ਮਹਾਨ ਵਿਦਵਾਨ ਪੰਡਿਤ ਹਰਦਿਆਲ ਜੀ ਬਚਨ ਲਿਖਿਆ ਹੈ। ਉਹ ਕਹਿੰਦੇ ਜਾਕੀ ਭੇਡਾ ਚਾਲ ਚਲਤੇ ਕੇ ਪਾਛੇ ਚਲੇ। ਜਗਤ ਦੀ ਭੇਡ ਚਾਲ ਹੈ। ਉੱਦਾਂ ਭੇਡ ਨੂੰ ਪਾਣੀ 'ਚ ਵਾੜੋ ਨਹੀਂ ਵੜਦੀ, ਜੇ ਇੱਕ ਨੂੰ ਚੁੱਕ ਕੇ ਸੱਟ ਦਿਓ ਸਾਰੀਆਂ ਹੀ ਮਾਰਨਗੀਆਂ ਛਾਲਾਂ, ਖੂਹ 'ਚ ਡਿੱਬ ਕੇ ਮਰ ਜਾਣ ਭਾਵੇਂ। ਜਾਕੀ ਭੇਡਾ ਚਾਲ ਚਲਤੇ ਕੇ ਪਾਛੇ ਚਲੇ, ਪਰਮਾਰਥ ਨਾ ਸੰਭਾਲ। ਦੇਖੋ ਜਾਕੀ ਮੂੜਤਾ, ਇਹ ਸੰਸਾਰ ਦੀ ਮੂਰਖਤਾ ਦੇਖੋ। ਜਿੱਧਰ ਕੋਈ ਤੁਰ ਪਿਆ ਉਧਰ ਹੀ ਪਿੱਛੇ ਤੁਰੀ ਜਾਣਗੇ।
ਬਿਨਾਂ ਵਿਚਾਰੇ ਵੀ ਇਹ ਕਰਮ ਸਾਡਾ ਹੈ ਕਿ ਨਹੀਂ ਹੈ, ਵਿਚਾਰ ਨਹੀਂ ਕਰਦੇ। ਤੇ ਜੇ ਕੋਈ ਆਪਣੇ ਤੌਰ ਤੇ ਪਹਿਲਾ ਕਦਮ ਪੁੱਟਣਾ ਪਵੇ, ਨਹੀਂ ਪੁੱਟਦੇ ਧਰਮ ਵਾਲੇ ਪਾਸੇ, ਨਹੀਂ ਪੁੱਟਦੇ। ਪਹਿਲ ਕੋਈ ਵਿਰਲਾ ਕਰਦਾ ਹੈ ਜਿਹੜਾ ਇਸ ਪਾਸੇ ਪਰਮਾਰਥ ਵੱਲ ਪਹਿਲ ਕਰਦਾ ਹੈ ਸੰਸਾਰ ਵਿੱਚ, ਉਹਦੀ ਸੁਰਤ ਬੜੀ ਉੱਚੀ ਹੁੰਦੀ ਹੈ। ਮਹਾਰਾਜ ਕਹਿੰਦੇ ਹੈ ਕਿ ਲਾਜ ਹੀ ਲਾਜ ਤੈਂ ਕਾਜ ਵਿਗਾਰਿਓ। ਸ਼ਰਮ ਦੇ ਵਿੱਚ ਹੀ ਮਰ ਗਿਆ, ਧਰਮ ਦਾ ਕੋਈ ਕੰਮ ਨਹੀਂ ਕੀਤਾ। ਵੇਦ ਕਤੇਬ ਪੜ੍ਹੇ ਬਹੁਤੇ ਦਿਨ, ਵੇਦਾਂ ਦੇ ਕਤੇਬਾਂ ਦਾ ਬਹੁਤ ਲੰਮਾ ਸਮਾਂ ਪਾਠ ਕੀਤਾ। 4 ਵੇਦ 4 ਕਤੇਬਾਂ ਨੂੰ ਬਹੁਤ ਦਿਨ, ਕਈ ਸਾਲ ਪੜ੍ਹਦੇ ਹੀ ਰਹੇ। ਭੇਦ ਕਛੂ ਤਿਨ ਕੋ ਨਹਿ ਪਾਇਓ, ਪਰੰਤੂ ਉਹਨਾਂ ਗ੍ਰੰਥਾਂ ਦਾ ਭੇਦ ਨਹੀਂ ਪਾਇਆ। ਉਹ ਗ੍ਰੰਥ ਕਹਿੰਦੇ ਕੀ ਨੇ, ਉਹਨਾਂ ਦਾ ਮਕਸਦ ਕੀ ਹੈ, ਵੇਦਾਂ ਵਿੱਚ ਕੀ ਸਿੱਖਿਆ ਹੈ, ਕੁਰਾਨ ਵਿੱਚ ਕੀ ਸਿੱਖਿਆ ਹੈ, ਬਾਈਬਲ ਵਿੱਚ ਕੀ ਸਿੱਖਿਆ ਹੈ, ਇਹਦੇ ਤੇ ਵਿਚਾਰ ਕਿਸੇ ਨੇ ਨਹੀਂ ਕੀਤੀ। ਇੱਕ ਮਹਾਰਾਜ ਦੀ ਬਾਣੀ ਕਿਸੇ ਇੱਕ ਧਰਮ ਵਾਸਤੇ, ਇੱਕ ਜਾਤੀ ਵਾਸਤੇ ਨਹੀਂ, ਸਾਰੀ ਦੁਨੀਆ ਦੇ ਕੰਨ ਖਿੱਚਦੀ ਹੈ। ਸਾਰੀ ਦੁਨੀਆ ਨੂੰ ਸਿੱਧੇ ਰਾਹ ਪਾਇਆ, ਪਿਆਰ ਕੀਤਾ ਸਾਰੀ ਦੁਨੀਆ ਨਾਲ। ਮਹਾਰਾਜ ਪਿਤਾ ਜੋ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੀ ਦੁਨੀਆ ਦੇ ਪਿਤਾ ਹਨ। ਤੇ ਕਹਿੰਦੇ ਦੇਖੋ ਇਹਨਾਂ ਲੋਕਾਂ ਨੇ ਧਰਮ ਗ੍ਰੰਥ ਪੜ੍ਹ ਕੇ, ਰੱਟੇ ਲਾ ਕੇ ਸਾਰੀ ਜ਼ਿੰਦਗੀ ਲੰਘਾ ਦਿੱਤੀ, ਬਹੁਤ ਦਿਨ ਪੜ੍ਹੇ, ਪਰ ਉਹਨਾਂ ਧਰਮ ਗ੍ਰੰਥਾਂ ਦਾ ਭੇਦ ਨਹੀਂ ਪਾਇਆ। ਪੂਜਤ ਠੌਰ ਅਨੇਕ ਫਿਰਿਓ, ਅਨੇਕਾਂ ਥਾਵਾਂ ਤੇ ਪੂਜਾ ਕਰਦੇ ਫਿਰੇ, ਕਦੀ ਮੰਦਰਾਂ ਵਿੱਚ, ਕਦੀ ਮਸੀਤਾਂ ਵਿੱਚ, ਕਦੀ ਤੀਰਥਾਂ ਤੇ, ਕਦੀ ਮੜੀਆਂ ਤੇ, ਕਦੀ ਮਸਾਣਾਂ ਤੇ ਜਾ ਕੇ ਦੀਵੇ ਬਾਲਦੇ ਫਿਰੇ। ਬਹੁਤ ਥਾਵਾਂ ਤੇ ਨੱਕ ਕਸਾਈ, ਮੱਥੇ ਟੇਕੇ, ਪਰ ਇੱਕ ਕਬੈ ਹੀਏ ਮੈਂ ਨਾ ਬਸਾਇਓ। ਪਰ ਇੱਕ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਜਿਹੜਾ ਸਰਬ ਸ਼ਕਤੀਮਾਨ ਸਾਰਿਆਂ ਦਾ ਆਸਰਾ ਹੈ, ਉਸ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਕਦੀ ਨਹੀਂ ਵਸਾਇਆ। ਪ੍ਰੇਮ ਨਾਲ ਕਦੀ ਵਾਹਿਗੁਰੂ ਨਹੀਂ ਆਖਿਆ, ਪ੍ਰੇਮ ਨਾਲ ਕਦੀ ਰਾਮ ਰਾਮ ਨਹੀਂ ਆਖਿਆ, ਹਰੀ ਹਰੀ ਨਹੀਂ ਆਖਿਆ। ਵਾਹਿਗੁਰੂ 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 ਹਿਰਦੇ ਕਰਕੇ ਨਹੀਂ ਆਖਿਆ। ਜੇ ਮੂੰਹ ਤੋਂ ਆਖਿਆ ਵੀ ਹੈ ਤਾਂ ਮਨ ਕਰਕੇ ਨਹੀਂ ਕਿਹਾ। ਹਿਰਦੇ 'ਚ ਉਸ ਪ੍ਰਭੂ ਦਾ ਪਿਆਰ ਨਹੀਂ ਵਸਾਇਆ। ਪਾਹਨ ਕੋ ਅਸਥਲ ਕੋ, ਪਾਹਨ ਕੋ ਪੱਥਰਾਂ ਨੂੰ ਪੂਜਦੇ ਰਹੇ, ਸਾਰੀ ਉਮਰ ਪੱਥਰ ਪੂਜਾ ਵਿੱਚ ਹੀ ਲੰਘ ਗਈ। ਅਸਥਾਲਿਆ ਕੋ, ਮੰਦਰਾਂ ਦੇ ਵਿੱਚ ਅਸਥਾਨ ਬਣੇ ਹੋਏ ਨੇ, ਉਹਨਾਂ ਅਸਥਾਨਾਂ ਨੂੰ ਪੂਜਦੇ ਰਹੇ, ਪਰ ਇਹ ਨਹੀਂ ਸੋਚਿਆ ਵੀ ਇਹ ਅਸਥਾਨ ਬਣੇ ਕਿਵੇਂ ਨੇ। ਭਗਤ ਕਬੀਰ ਸਾਹਿਬ ਜੀ ਸਵਾਲ ਕਰਦੇ ਨੇ, ਕਹੋ ਕਬੀਰ ਹਉ ਭਇਆ ਉਦਾਸ, ਤੀਰਥ ਬੜਾ ਕਿ ਹਰ ਕਾ ਦਾਸ। ਇਹ ਸਵਾਲ ਦਾ ਜਵਾਬ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਮਹਾਰਾਜ ਨੇ ਦਿੱਤਾ ਹੈ। ਉਹ ਕਹਿੰਦੇ, ਜਾਰ ਨਮੀ ਤਪੈ ਭਗੀਰਥ ਆਣੀ, ਕੇਦਾਰ ਥਾਪਿਓ ਮਹਿਸਾਈ, ਕਾਂਸੀ ਕ੍ਰਿਸ਼ਨ ਚਰਾਵਤ ਗਾਊ, ਮਿਲ ਹਰ ਜਨ ਸੋਭਾ ਪਾਈ। ਜਾਨਵੀ ਨਾਮ ਹੈ ਗੰਗਾ ਦਾ, ਕਿਉਂਕਿ ਭਗਵਾਨ ਦੇ ਜਾਨੂ ਤੋਂ, ਗੋਡੇ ਤੋਂ ਨਿਕਲੀ ਮੰਨੀ ਜਾਂਦੀ ਹੈ, ਇਸ ਕਰਕੇ ਇਹਨੂੰ ਜਾਨਵੀ ਕਹਿੰਦੇ ਹਨ। ਇਹ ਕਿਵੇਂ ਆਈ ਧਰਤੀ ਦੇ ਉੱਤੇ? ਇੱਕ ਮਹਾਨ ਤਪਸਵੀ ਮਹਾਰਾਜਾ ਹੋਇਆ ਭਗੀਰਥ, ਜਿਸ ਨੇ ਰਾਜ ਭਾਗ ਦੀ ਪਰਵਾਹ ਨਾ ਕਰਦਿਆਂ ਹੋਇਆ ਤਪੱਸਿਆ ਕੀਤੀ ਵੀ ਧਰਤੀ ਤੇ ਗੰਗਾ ਪ੍ਰਗਟ ਹੋਵੇ। ਉਹਨੇ ਕਈ ਯੁੱਗ ਸ਼ਿਵ ਜੀ ਭਗਵਾਨ ਦੀ ਤਪੱਸਿਆ ਕਰਕੇ ਧਰਤੀ ਤੇ ਗੰਗਾ ਲਿਆਂਦੀ। ਸਤਿਗੁਰੂ ਰਾਮਦਾਸ ਜੀ ਕਹਿੰਦੇ ਆ, ਜੇ ਉਹ ਮਹਾਨ ਤਪਸਵੀ ਤਪ ਨਾ ਕਰਦਾ, ਗੰਗਾ ਧਰਤੀ ਤੇ ਨਾ ਆਉਂਦੀ। ਗੰਗਾ ਨਾਲੋਂ ਉਹ ਬੰਦਾ ਵੱਡਾ ਹੈ ਜਿਹੜਾ ਗੰਗਾ ਨੂੰ ਲੈ ਕੇ ਆਇਆ ਹੈ। ਜੇ ਉਹ ਨਾ ਹੁੰਦਾ ਤੇ ਗੰਗਾ ਕਿੱਥੋਂ ਆ ਜਾਂਦੀ? ਜਾਰ ਨਮੀ ਤਪੈ ਭਗੀਰਥ ਆਣੀ। ਤਪਸਵੀ ਭਗੀਰਥ ਨੇ ਪ੍ਰਮਾਤਮਾ ਦੀ ਬੰਦਗੀ ਕਰਕੇ, ਸਾਧਨਾ ਕਰਕੇ ਗੰਗਾ ਨੂੰ ਪ੍ਰਗਟ ਕੀਤਾ ਲੋਕਾਂ ਦੇ ਪਾਪ ਧੋਣ ਵਾਸਤੇ। ਇਸ ਕਰਕੇ ਬੰਦਗੀ ਕਰਨ ਵਾਲਾ ਵੱਡਾ ਹੈ। ਆਖੋ ਸ੍ਰੀ ਵਾਹਿਗੁਰੂ। ਕੇਦਾਰ ਥਾਪਿਓ ਮਹਿਸਾਈ। ਕੇਦਾਰਨਾਥ ਜੋ ਪਹਾੜਾਂ ਵਿੱਚ ਹੈ, ਇਹ ਭਗਵਾਨ ਸ਼ਿਵ ਜੀ ਨੇ ਸਥਾਪਿਤ ਕੀਤਾ। ਜੇ ਉਹ ਸ਼ਿਵ ਜੀ ਉੱਥੇ ਬਹਿ ਕੇ ਪਰਮੇਸ਼ਰ ਦੀ ਬੰਦਗੀ ਨਾ ਕਰਦੇ, ਉਹ ਤੀਰਥ ਕਿਵੇਂ ਬਣ ਜਾਂਦਾ? ਇਸ ਕਰਕੇ ਕੇਦਾਰਨਾਥ ਨਾਲੋਂ ਸ਼ਿਵ ਜੀ ਵੱਡਾ ਹੈ।
ਕਾਸ਼ੀ ਕ੍ਰਿਸ਼ਨ ਚਰਾਵ ਗਾਉ। ਕਾਸ਼ੀ ਭਗਵਾਨ ਸ਼ਿਵ ਦੀ ਪੁਰੀ ਹੈ, ਤੇ ਜਿੱਥੇ ਕ੍ਰਿਸ਼ਨ ਨੇ ਗਊਆਂ ਚਰਾਈਆਂ ਮਥੁਰਾ ਬ੍ਰਿੰਦਾਬਨ ਉਹ ਕ੍ਰਿਸ਼ਨ ਦੀ ਪੁਰੀ ਹੈ। ਮਿਲ ਹਰ ਜਨ ਸੋਭਾ ਪਾਈ। ਮਹਾਂਪੁਰਸ਼ਾਂ ਦੇ ਚਰਨ ਪੈਣ ਕਰਕੇ ਉਹ ਤੀਰਥ ਬਣ ਗਏ ਨੇ। ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੇ ਚਰਨ ਜਿੱਥੇ ਪੈਂਦੇ ਹੈ, ਜਨ ਕੇ ਚਰਨ ਤੀਰਥ ਕੋਟ ਗੰਗਾ। ਜਿੱਥੇ ਸਾਧੂਆਂ ਦੇ ਚਰਨ ਪੈਂਦੇ ਆ ਕਰੋੜਾਂ ਗੰਗਾ ਉੱਥੇ ਬਣ ਜਾਂਦੀਆਂ। ਸੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੁਸੀਂ ਪੱਥਰਾਂ ਨੂੰ ਪੂਜੀ ਜਾਂਦੇ ਹੋ, ਸਥਾਨਾਂ ਨੂੰ ਪੂਜੀ ਜਾਂਦੇ ਹੋ, ਨਾਮ ਜਪਣ ਵਾਲੇ ਨੂੰ ਲੱਭੋ। ਨਾਮ ਜਪਣ ਵਾਲੇ ਦੇ ਚਰਨਾਂ 'ਚ ਗੰਗਾ ਵਸਦੀ ਹੈ, ਉਹ ਸਾਰੇ ਤੀਰਥਾਂ ਦਾ ਵੱਡਾ ਤੀਰਥ ਹੈ। ਸਿਰ ਨਿਆਏ ਫਿਰਿਓ ਕਛ ਹੱਥ ਨਾ ਆਇਓ। ਪੱਥਰਾਂ ਨੂੰ ਸਿਰ ਨਿਵਾਇਆ, ਮੰਦਰਾਂ ਮਸੀਤਾਂ ਨੂੰ ਸਿਰ ਨਿਵਾਇਆ, ਧਰਮ ਸਥਾਨਾਂ ਦੀ ਪੂਜਾ ਕਰਦੇ ਰਹੇ, ਪਰ ਸਿਰ ਨਿਆਏ ਫਿਰਿਓ ਕਛ ਹੱਥ ਨਾ ਆਇਓ। ਹੱਥ ਕੱਖ ਨਹੀਂ ਲੱਗਾ, ਪੱਲੇ ਕੁਝ ਨਹੀਂ ਪਿਆ। ਮੇਰੇ ਮਨ ਮੂੜ ਅਗੂੜ ਪ੍ਰਭੂ ਤਜ। ਇਹ ਮੂਰਖ ਮਨ, ਤੂੰ ਐਸੇ ਵਿਸ਼ੇਸ਼ ਕਰਕੇ ਗੂੜੇ ਪ੍ਰਭੂ ਨੂੰ, ਜਿੱਥੇ ਐੜਾ ਸ਼ਬਦ ਗੂੜ ਤੋਂ ਪਹਿਲੇ ਆਇਆ ਹੈ, ਸੰਪਰਦਾਇ ਵਿੱਚ ਇਹਦਾ ਅਰਥ ਵਿਸ਼ੇਸ਼ ਕਰਕੇ ਹੁੰਦਾ ਹੈ। ਵਿਸ਼ੇਸ਼ ਕਰਕੇ ਜੋ ਪਰਮਾਤਮਾ ਬਹੁਤ ਗੂੜਾ ਹੈ, ਬਹੁਤ ਡੂੰਘਾ ਹੈ, ਜਿਹਦੀ ਗਹਿਰਾਈ ਨੂੰ ਕੋਈ ਨਹੀਂ ਜਾਣ ਸਕਦਾ। ਹਾਂਜੀ, ਤਜ ਆਪਨ ਹੂੜ ਕਹਾ ਉਰ ਜਾਇਓ। ਉਸ ਪ੍ਰਭੂ ਨੂੰ ਤਜ ਕੇ ਛੱਡ ਕੇ ਆਪਣੀ ਹੂੜ ਮੱਤ ਵਿੱਚ ਕਿੱਥੇ ਉਲਝਿਆ ਫਿਰਦਾ। ਹੂੜ ਮੱਤ ਕਹਿੰਦੇ ਆ ਬਈ ਬੰਦਾ ਅੜੀਅਲ ਸੁਭਾਅ ਦਾ ਬਣ ਜਾਵੇ, ਕਿਸੇ ਦੀ ਗੱਲ ਮੰਨਣੀ ਨਹੀਂ, ਕਿਸੇ ਦੀ ਸੁਣਨੀ ਨਹੀਂ, ਆਪਣੀ ਗੱਲ ਤੇ ਪੱਕੇ ਰਹਿਣਾ, ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ। ਹੇ ਮੂਰਖ ਮਨ, ਤੂੰ ਇਹਨਾਂ ਚੀਜ਼ਾਂ ਦੀ ਕਰਮ ਕਾਂਡਾਂ ਦੇ ਵਿੱਚ ਲੱਗ ਕੇ ਇਹਨੂੰ ਹੀ ਸਭ ਕੁਝ ਸਮਝ ਕੇ ਹੂੜ ਮੱਤ ਕਰਦਾ ਹੈ, ਤੇ ਕਿਸੇ ਮਹਾਂਪੁਰਸ਼ ਦੀ ਗਹਿਰੀ ਗੱਲ, ਡੂੰਘੀ ਗੱਲ ਤੂੰ ਸਮਝਦਾ ਨਹੀਂ ਹੈ। ਜੋ ਜੁਗੀ ਆਨ ਕੇ ਜਾਏ ਉੱਠੇ ਆਸ਼ਰਮ। ਸਤਿਗੁਰੂ ਮਹਾਰਾਜ ਕਹਿੰਦੇ ਦੇਖੋ ਇਹ ਦੁਨੀਆ ਦੇ ਵਿੱਚ ਸਾਰੇ ਆਪਣੀ ਆਪਣੀ ਹੂੜ ਮੱਤ ਕਿਵੇਂ ਕਰ ਰਹੇ ਨੇ। ਜਿਹਦੇ ਕੋਲ ਵੀ ਜਾ ਕੇ ਬੈਠੋ ਰੱਬ ਦੀ ਗੱਲ ਨਹੀਂ ਦੱਸਦੇ, ਆਪਣੇ ਮੱਤ ਦੀ ਗੱਲ ਦੱਸਦੇ ਆ। ਜੇ ਰੱਬ ਦੀ ਗੱਲ ਕੋਈ ਪੁੱਛੇ ਤੇ ਉਹਨੂੰ ਕਹਿੰਦੇ ਪਹਿਲਾਂ ਸਾਡਾ ਚੇਲਾ ਬਣ, ਸਾਡੇ ਵਾਲੇ ਕੱਪੜੇ ਪਾ, ਸਾਡੇ ਵਾਲਾ ਬਾਣਾ ਪਾ, ਸਾਡੇ ਧਰਮ ਦੇ ਅਨੁਸਾਰ ਚੱਲ, ਫਿਰ ਤੈਨੂੰ ਰੱਬ ਦੀ ਗੱਲ ਦੱਸਾਂਗੇ। ਹੁਣ ਇਹਨਾਂ ਨੂੰ ਪੁੱਛੇ ਵੀ ਰੱਬ ਤੁਹਾਡੇ ਪਿਓ ਦਾ ਹੈ, ਕੋਈ ਪ੍ਰਾਪਰਟੀ ਹੈ ਤੁਹਾਡੀ ਵੀ ਤੁਸੀਂ ਰੱਬ ਤੱਕ ਪਹੁੰਚ ਸਕਦੇ ਹੋ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਬਚਨ ਲਿਖਦੇ, ਕਹਿੰਦੇ ਆਪਨ ਬਾਪੈ ਨਾਹੀਂ ਕਿਸੇ ਕੋ। ਉਹ ਕਿਸੇ ਦੇ ਪਿਓ ਦੀ ਪ੍ਰਾਪਰਟੀ ਨਹੀਂ। ਭਾਵਨ ਕੋ ਹਰ ਰਾਜਾ, ਉਹ ਤੇ ਪ੍ਰੇਮ ਤੇ ਸ਼ਰਧਾ ਤੇ ਪਿਆਰ ਦੀ ਖੇਡ ਹੈ। ਹੁਣ ਗੁਰੂ ਸਾਹਿਬ ਕਹਿੰਦੇ ਜੋ ਜੁਗਿਆਨ ਕੇ ਜਾਏ ਉੱਠ ਆਸ਼ਰਮ। ਜੇ ਕੋਈ ਬੰਦਾ ਰੱਬ ਦਾ ਗਾਹਕ ਬਣ ਕੇ ਜੋਗੀਆਂ ਦੇ ਘਰ ਚਲਾ ਜਾਵੇ, ਜੋਗੀਆਂ ਦੇ ਆਸ਼ਰਮ ਵਿੱਚ ਚਲਾ ਜਾਵੇ, ਗੋਰਖ ਕੋ ਤੇ ਜਾਪ ਜਪਾਵੇ। ਉਹਨੂੰ ਕਹਿੰਦੇ ਆ ਵੀ ਤੂੰ ਪਹਿਲਾਂ ਗੋਰਖ ਦਾ ਚੇਲਾ ਬਣ, ਗੋਰਖ ਦਾ ਚੇਲਾ ਬਣੇਗਾ ਤਾਂ ਤੈਨੂੰ ਰੱਬ ਦਾ ਪਤਾ ਲੱਗੇਗਾ। ਗੋਰਖਨਾਥ ਦੀ ਜੈ ਬੁਲਾਉਂਦੇ, ਗੋਰਖਨਾਥ ਦਾ ਜਾਪ ਜਪਾਉਂਦੇ, ਗੋਰਖ ਉਹਦੇ ਕੋਲੋਂ ਬੁਲਵਾਉਂਦੇ ਹਨ। ਜਾਏ ਸੰਨਿਆਸਨ ਕੀਤੇ ਹੈ ਕੋ ਕਹੈ। ਜੇ ਕੋਈ ਸੰਨਿਆਸੀਆਂ ਕੋਲ ਚਲਾ ਜਾਵੇ ਤੇ ਸੰਨਿਆਸੀ ਕੀ ਕਰਦੇ ਆ? ਉਹ ਵੀ ਕਹਿੰਦੇ ਆ ਵੀ ਪਹਿਲਾਂ ਸਾਡਾ ਚੇਲਾ ਬਣ, ਫਿਰ ਤੈਨੂੰ ਰੱਬ ਦੀ ਗੱਲ ਦੱਸਾਂ। ਜੋਗੀਆਂ ਦੇ 12 ਪੰਥ, ਸੰਨਿਆਸੀਆਂ ਦੇ 10 ਪੰਥ ਹਨ, ਤੇ ਸਾਰੇ ਆਪਣੇ ਆਪਣੇ ਡੰਕੇ ਵਜਾਉਂਦੇ, ਆਪਣੇ ਪੰਥ ਨੂੰ ਹੀ ਵੱਡਾ ਦੱਸਦੇ ਹੈ। ਕਿਸੇ ਸੰਪਰਦਾਇ ਵਿੱਚ ਚਲੇ ਜਾਓ, ਉਹ ਕਹਿੰਦੇ ਆ ਰੱਬ ਤੱਕ ਸਿਰਫ ਅਸੀਂ ਜਾਣਾ, ਬਾਕੀ ਸਾਰੀ ਦੁਨੀਆ ਨਰਕਾਂ 'ਚ ਜਾਏਗੀ। ਇਹ ਸਾਰੀ ਦੁਨੀਆ ਦਾ, ਅੱਜ ਸਾਡੇ ਸਿੱਖਾਂ ਦਾ ਵੀ ਇਹੀ ਹਾਲ ਹੈ। ਇਸ ਤੋਂ ਅੱਗੇ ਅਸੀਂ ਵੀ ਸੋਚ ਨਹੀਂ ਸਕਦੇ। ਮਹਾਰਾਜ ਕਹਿੰਦੇ ਪਰ ਇਹ ਹੈ ਉਰਲੀ ਗੱਲ ਹੈ, ਪਰੇ ਨਹੀਂ ਜਾ ਸਕਦਾ ਬੰਦਾ। ਜੋ ਜਾਏ ਸੰਨਿਆਸਨ ਕੇ ਤੇ ਕੋ ਕਹੈ। ਜੇ ਕੋਈ ਸੰਨਿਆਸੀਆਂ ਕੋਲ ਜਾਵੇ ਉਹਨੂੰ ਕੀ ਕਹਿੰਦੇ ਹਨ? ਹਾਂਜੀ, ਦਤ ਹੀ ਸਤ ਹੈ ਮੰਤਰ ਦ੍ਰਿੜਾਵੇ। ਉਹਨੂੰ ਕਹਿੰਦੇ ਸਿਰਫ ਦੱਤਾਤਰੇయ ਹੀ ਠੀਕ ਹੈ, ਉਹੀ ਸੱਚਾ ਗੁਰੂ ਹੈ। ਤੇ ਦੱਤਾਤਰੇయ ਨੂੰ ਛੱਡ ਕੇ ਹੋਰ ਸਾਰੇ ਗੁਰੂ ਝੂਠੇ ਹਨ, ਸਾਰੇ ਪਖੰਡੀ ਹਨ। ਦੱਤ ਹੀ ਸਤ ਹੈ। ਜੋ ਦੱਤਾਤਰੇయ ਨੇ ਗੀਤਾ ਰਚੀ ਹੈ
ਉਹ ਗੀਤਾ ਸੱਚੀ ਹੈ। ਸਾਧ ਸੰਗਤ ਜੀ, ਗੀਤਾ ਬਹੁਤ ਹਨ। ਜਿਵੇਂ ਅਸ਼ਟਾਵਕਰ ਦੀ ਗੀਤਾ ਅਸ਼ਟਾਵਕਰ ਨੇ ਜਨਕ ਰਾਜੇ ਨੂੰ ਸੁਣਾਈ ਸੀ, ਇਸੇ ਤਰ੍ਹਾਂ ਅਵਧੂਤ ਗੀਤਾ ਦੱਤਾਤਰੇय ਦੀ ਹੈ। ਜਿਵੇਂ ਸ੍ਰੀ ਮਦ ਭਾਗਵਤ ਗੀਤਾ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਉਪਦੇਸ਼ ਦਿੱਤਾ ਸੀ, ਉਹ ਪ੍ਰਸਿੱਧ ਗੀਤਾ ਹੈ। ਪਰ ਗੀਤਾ ਹੋਰ ਵੀ ਬਹੁਤ ਹਨ। ਜਿਹੜੀ ਅਵਧੂਤ ਗੀਤਾ ਹੈ ਉਹ ਦੱਤਾਤਰੇय ਨੇ ਉਚਾਰਨ ਕੀਤੀ ਹੈ। ਉਹਦੇ ਵਿੱਚ ਵੀ ਅਦਵੈਤ ਬ੍ਰਹਮ ਦਾ ਚਿੰਤਨ ਹੈ। ਗ੍ਰੰਥ ਤਾਂ ਬਹੁਤ ਕਮਾਲ ਦਾ ਹੈ, ਬਹੁਤ ਪਵਿੱਤਰ ਹੈ, ਪਰ ਮੰਨਣ ਵਾਲੇ ਜਿਹੜੇ ਉਹਨਾਂ ਨੇ ਗ੍ਰੰਥ ਤੋਂ ਕੀ ਲੈਣਾ, ਉਹਨਾਂ ਨੇ ਆਪਣੀ ਪੂਜਾ ਕਰਾਣੀ ਹੈ। ਉਹ ਗ੍ਰੰਥ ਵੱਲ ਤਾਂ ਜਾਂਦੇ ਹੀ ਨਹੀਂ। ਉਹ ਤਾਂ ਕਹਿੰਦੇ ਅਸੀਂ ਬੈਠੇ ਹਾਂ ਸਭ ਤੋਂ ਵੱਡੇ, ਸਾਨੂੰ ਮੱਥਾ ਟੇਕੋ। ਕਹੇ ਦੱਤ ਹੀ ਸੱਤ ਹੈ, ਕਿ ਦੱਤ ਦਾ ਸਿਧਾਂਤ ਹੀ ਠੀਕ ਹੈ, ਬਾਕੀ ਕਹਿੰਦੇ ਸਭ ਝੂਠ ਹੈ। ਐਸਾ ਹੀ ਮੰਤਰ ਦ੍ਰਿੜ ਕਰਾਉਂਦੇ ਹਨ ਪੱਕਾ। ਜੋ ਕੋ ਜਾਏ ਤੁਰਕਨ ਮੈਂ, ਜੇ ਕੋਈ ਤੁਰਕਾਂ ਵਿੱਚ ਮੁਸਲਮਾਨਾਂ ਵਿੱਚ ਜਾਵੇ ਤੇ ਉਹਨਾਂ ਨੂੰ ਕਵੇ ਵੀ ਸਾਨੂੰ ਰੱਬ ਦਾ ਕੋਈ ਭੇਦ ਦੱਸੋ, ਕੋਈ ਅੱਲਾ ਦੀ ਬੰਦਗੀ ਦਾ ਕੋਈ ਰਾਹ ਦੱਸੋ, ਕੋਈ ਪਰਮੇਸ਼ਰ ਨਾਲ ਜੁੜਨ ਦੀ ਗੱਲ ਦੱਸੋ, ਤਾਂ ਉਹ ਕੀ ਕਰਦੇ ਹਨ? ਮਹਿ ਦੀਨ ਕੇ ਦੀਨ ਤਿਸੈ ਗਹਿ ਲਿਆਵੇ। ਉਹ ਜਿਵੇਂ ਵੀ ਹੋਵੇ ਇਹਨਾਂ ਨੂੰ ਫੜ ਕੇ ਮੁਸਲਮਾਨ ਬਣਾਉਂਦੇ ਆ, ਜਿਵੇਂ ਵੀ ਹੋਵੇ। ਸਾਡੇ ਨਾਲ ਇੱਕ ਨੌਜਵਾਨ ਲੜਕਾ, ਉਹ ਸੰਗੀਤ ਦਾ ਥੋੜ੍ਹਾ ਸ਼ੌਂਕ ਰੱਖਦਾ ਸੀ ਤੇ ਉਹਨੇ ਸਿੱਖਿਆ ਨਹੀਂ ਸੀ। ਉਹ ਕਿਸੇ ਉਸਤਾਦ ਕੋਲ ਚਲਾ ਗਿਆ। ਉਹ ਉਸਤਾਦ ਸੀਗਾ ਮੁਸਲਮਾਨ, ਤੇ ਉਹਨੂੰ ਕਹਿੰਦਾ ਜੀ ਮੈਂ ਗਾਉਂਦਾ ਆ, ਮੇਰੀ ਆਵਾਜ਼ ਵੀ ਵਧੀਆ ਹੈ, ਪਰ ਪਤਾ ਨਹੀਂ ਮੇਰਾ ਨਾ ਲੋਕ ਜਿਹੜੇ ਹੈ ਉਹ ਸੁਣਦੇ ਨਹੀਂ, ਮੇਰੀ ਮਾਨਤਾ ਨਹੀਂ ਹੋ ਰਹੀ, ਮੇਰਾ ਕੋਈ ਨਾਂ ਨਹੀਂ ਹੋ ਰਿਹਾ। ਉਹ ਕਹਿੰਦਾ ਬਸ ਤੇਰੀ ਮਿੰਟੋ ਮਿੰਟ ਹੀ ਮਾਨਤਾ ਕਰਾ ਦਿਆਂਗੇ, ਤੂੰ ਵੀਰਵਾਰ ਨੂੰ ਪੀਰ ਦਾ ਚਿਰਾਗ ਬਾਲ ਦਿਆ ਕਰ, ਵੀਰਵਾਰ ਨੂੰ ਪੀਰ ਦਾ ਚਿਰਾਗ ਬਾਲ ਦਿਆ ਕਰ, ਬਸ ਹੋਰ ਕੁਝ ਨਹੀਂ ਕਰਨਾ ਤੇ ਆਪੇ ਠੀਕ ਹੋ ਜਾਏਗਾ ਕੰਮ। ਯਾਨੀ ਮੋੜ ਘੜ ਕੇ ਉਹਨੂੰ ਉੱਧਰ ਹੀ ਲੈ ਕੇ ਆਉਣਾ ਖਿੱਚ ਕੇ, ਭਾਵੇਂ ਉਹ ਅਗਲਾ ਕਿਸੇ ਧਰਮ ਦਾ ਹੋਵੇ, ਉਲਝਾ ਲੈਣਾ ਆਪਣੀ ਗੱਲਬਾਤ ਵਿੱਚ। ਜੋ ਤੁਰਕਾਂ ਕੋਲ ਜਾਵੇ ਵੀ ਰੱਬ ਦੀ ਗੱਲ ਦੱਸੋ, ਰੱਬ ਦੀ ਗੱਲ ਕਹਿੰਦੇ ਜ਼ਰੂਰ ਦੱਸਾਂਗੇ, ਪਰ ਪਹਿਲਾਂ ਤੂੰ ਮੁਸਲਮਾਨ ਤੇ ਬਣ। ਤੂੰ ਪਹਿਲਾਂ ਤੇ ਤੂੰ ਰੋਜ਼ੇ ਰੱਖ, ਨਮਾਜ਼ ਪੜ੍ਹ, ਤੂੰ ਮੁਹੰਮਦ ਸਾਹਿਬ ਨੂੰ ਪੈਗੰਬਰ ਮੰਨ। ਕਿਸੇ ਨਾ ਕਿਸੇ ਜਿੰਨੀ ਕੋ ਗੱਲ ਸਹਿੰਦਾ ਹੋਵੇ ਉਨੀ ਕੋ ਤੇ ਕੰਨੀ ਪਾ ਦਿੰਦੇ ਆ, ਆਪਣਾ ਉਹਨੂੰ ਰੂਪ ਦੱਸ ਦਿੰਦੇ ਆ, ਆਪਣੇ ਬਾਣੇ ਵਿੱਚ ਲੈ ਆਉਂਦੇ ਆ। ਮਹਾਰਾਜ ਕਹਿੰਦੇ ਜੋ ਕੋ ਜਾਏ ਤੁਰਕਨ ਮੈਂ ਦੀਨ ਕੇ ਮੁਹੰਮਦ ਦੇ ਦੀਨ ਵਿੱਚ ਲੈ ਕੇ ਉਹਨੂੰ ਫੜ ਕੇ ਲਿਆਉਂਦੇ ਆ। ਕਈਆਂ ਨੂੰ ਪ੍ਰੇਮ ਨਾਲ ਲਿਆਉਂਦੇ, ਕਈਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਲੈਂਦੇ। ਔਰੰਗਜ਼ੇਬ ਵਰਗੇ ਐਸੇ ਵੀ ਹਨ। ਹਾਂਜੀ, ਆਪੇ ਹੈ ਬੀਚ ਗਨੈ ਕਰਤਾ। ਮਹਾਰਾਜ ਕਹਿੰਦੇ ਸਾਰੇ ਲੋਕ ਆਪਣੇ ਆਪ ਨੂੰ ਕਰਤਾ ਮੰਨੀ ਬੈਠੇ, ਕਰਤਾ ਰੱਬ ਬਣ ਕੇ ਬਹਿ ਗਏ। ਇਹਨਾਂ ਨੂੰ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਕਰਤਾ ਬਹੁਤ ਵੱਡੀ ਚੀਜ਼ ਹੈ। ਜੋ ਉਹ ਕਰੇਗਾ ਹੋ ਜਾਣਾ, ਤੁਹਾਡੇ ਕੀਤਿਆਂ ਕੁਛ ਨਹੀਂ ਹੋਣਾ। ਪਰ ਭੁਲੇਖਾ ਦਾ ਪਿਆ ਔਰੰਗਜ਼ੇਬ ਨੂੰ ਕਿ ਮੈਂ ਸਾਰੀ ਦੁਨੀਆ ਮੁਸਲਮਾਨ ਬਣਾ ਦਿਆਂਗਾ। ਉਹਦਾ ਇਹ ਵਹਿਮ ਸੀ। ਅੱਜ ਖਾਲਸਾ ਜੀ ਸਾਡੇ ਵਿੱਚ ਵੀ ਇੱਕ ਖਿਆਲ ਆਉਂਦਾ ਜੇ, ਸਾਡੀਆਂ ਸਟੇਜਾਂ 'ਤੇ ਪ੍ਰਚਾਰਿਆ ਜਾਂਦਾ। ਕਹਿੰਦੇ ਜੀ ਸਾਰੇ ਗੁਰਦੁਆਰਿਆਂ ਦੀ, ਸਾਰੇ ਤਖਤਾਂ ਦੀ, ਸਾਰੀਆਂ ਸੰਪਰਦਾਵਾਂ ਦੀ ਇੱਕ ਮਰਿਆਦਾ ਕਰ ਦੇਣੀ ਹੈ। ਇੱਕ ਮਰਿਆਦਾ ਕਰਨੀ ਸਾਰੇ ਗੁਰਦੁਆਰਿਆਂ ਦੀ, ਸਾਰੇ ਤਖਤਾਂ ਦੀ, ਸਾਰੇ ਸੰਪਰਦਾਵਾਂ ਦੀ। ਤੇ ਮੈਂ ਬੇਨਤੀ ਕਰਦਾ ਹੁੰਦਾ ਵੀ ਇਹ ਤਾਂ ਸੋਚ ਔਰੰਗਜ਼ੇਬ ਦੀ ਸੀ। ਔਰੰਗਜ਼ੇਬ ਕਹਿੰਦਾ ਸੀ ਵੀ ਇੱਦਾਂ ਇੱਕੋ ਹੀ ਕਰ ਦੇਣਾ, ਦੂਜਾ ਰਹਿਣ ਨਹੀਂ ਦੇਣਾ ਕੋਈ। ਇਹ ਗੱਲ ਕਿੱਧਰ ਜਾ ਰਹੀ ਹੈ, ਕਿਹੜੇ ਪਾਸੇ ਤੁਰ ਪਏ ਆ? ਜਦੋਂ ਵਾਹਿਗੁਰੂ ਨੇ, ਪਰਮੇਸ਼ਰ ਨੇ ਵੱਖਰੇ ਵੱਖਰੇ ਬਣਾਏ ਹੈ ਸਾਰਿਆਂ ਦੀ ਸੋਚ ਵਿਚਾਰ, ਤੇ ਉਹਨੂੰ ਅਸੀਂ ਇੱਕ ਕਰ ਦਈਏ, ਹੋ ਨਹੀਂ ਸਕਦਾ। ਜੈਸੀ ਪਰਮੇਸ਼ਰ ਨੇ ਕਿਸੇ ਨੂੰ ਮੱਤ ਦੇਣੀ ਹੈ, ਜੈਸੀ ਮੱਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਵਿਨਾਸ਼। ਜਿਹੜੇ ਕੰਮ ਤੇ ਜ਼ੋਰ ਦੇਣਾ ਉਹ ਤੇ ਦਿੰਦੇ ਨਹੀਂ। ਸਾਰੀ ਦੁਨੀਆ ਇੱਕ ਹੋ ਸਕਦੀ ਹੈ ਕਿਹਦੇ ਨਾਲ? ਨਾਮ ਜਪਣ ਨਾਲ। ਨਾਮ ਜਪਣ ਵਾਲਾ ਭਾਵੇਂ ਕਿਸੇ ਸੰਪਰਦਾਇ ਦਾ ਹੋਵੇ, ਉਹਦਾ ਬਾਹਰਲਾ ਕੋਈ ਵੀ ਲਿਬਾਸ ਹੋਵੇ, ਅੰਦਰੋਂ ਇੱਕ ਹੋਵੇਗਾ। ਜਿਹਦੇ ਅੰਦਰ ਨਾਮ ਨਹੀਂ, ਉਹ ਨਿੱਕੀ ਨਿੱਕੀ ਗੱਲ ਤੇ ਲੜੀ ਜਾਏਗਾ ਦੂਜਿਆਂ ਨਾਲ।
ਔਰੰਗਜ਼ੇਬ ਅੰਦਰੋਂ ਸ਼ਾਂਤ ਨਹੀਂ ਸੀ। ਇਸ ਕਰਕੇ ਉਹਨੇ ਇਹ ਸੁਪਨਾ ਲਿਆ ਵੀ ਮੈਂ ਸਾਰੀ ਦੁਨੀਆ ਮੁਸਲਮਾਨ ਬਣਾ ਦਿਆਂਗਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਨਹੀਂ ਹੋਣ ਦਿਆਂਗੇ, ਹੋ ਹੀ ਨਹੀਂ ਸਕਦਾ। ਖਾਲਸਾ ਜੀ, ਜੋ ਪਰਮੇਸ਼ਰ ਨੇ ਕੁਝ ਵੀ ਰਚਿਆ ਹੈ ਉਹਨੂੰ ਅਸੀਂ ਬਦਲਣ ਦਾ ਯਤਨ ਕਰੀਏ। ਕਰਤੇ ਦੀ ਬਰਾਬਰੀ ਵਾਲੀ ਗੱਲ ਹੈ। ਕਰਤੇ ਦੀ ਬਰਾਬਰੀ ਕਰਕੇ ਕੋਈ ਸਫਲ ਹੋਇਆ ਨਹੀਂ, ਨਾ ਹੋਵੇਗਾ। ਮਹਾਰਾਜ ਕਹਿੰਦੇ ਜੇ ਸੰਨਿਆਸੀਆਂ ਕੋਲ ਜਾਈਏ ਉਹ ਸਾਰੀ ਦੁਨੀਆ ਨੂੰ ਸੰਨਿਆਸੀ ਬਣਾਉਣ ਦੀ ਸੋਚੀ ਜਾਂਦੇ ਆ। ਜੋਗੀਆਂ ਕੋਲ ਜਾਈਏ ਉਹ ਸਾਰਿਆਂ ਨੂੰ ਜੋਗੀ ਬਣਾਉਣ ਦਾ ਸੁਪਨੇ ਲਈ ਜਾਂਦੇ ਆ। ਔਰ ਤੁਰਕਾਂ ਕੋਲ ਜਾਈਏ ਸਾਰਿਆਂ ਨੂੰ ਤੁਰਕ ਬਣਾਉਣ ਵਾਸਤੇ ਸੋਚਦੇ ਆ। ਸਾਰੇ ਰੱਬ ਬਣ ਗਏ। ਇਹਨਾਂ ਦਾ ਹੁਣ ਸੋਚਿਆ ਹੋ ਜਾਏਗਾ? ਨਹੀਂ ਹੋਏਗਾ। ਆਪੇ ਹੈ ਬੀਚ ਗਨੈ ਕਰਤਾ, ਆਪਣੇ ਆਪ ਨੂੰ ਇਹ ਕਰਤਾ ਗਣਦੇ ਹਨ, ਕਰਤੇ ਸਮਝਦੇ ਹਨ। ਕਰਤਾਰ ਕੋ ਭੇਦ ਨਾ ਕੋ ਬਤਾਵੇ, ਪਰ ਉਸ ਕਰਤਾਰ ਦਾ, ਵਾਹਿਗੁਰੂ ਦਾ ਭੇਦ ਨਾ ਕਿਸੇ ਨੂੰ ਹੈ ਤੇ ਨਾ ਕੋਈ ਦੱਸਦਾ ਹੀ ਹੈ। ਰੱਬ ਦੀ ਗੱਲ ਨਹੀਂ ਕੋਈ ਦੱਸਦਾ। ਆਪਣੀ ਸੰਪਰਦਾਇ, ਆਪਣੀ ਜਥੇਬੰਦੀ, ਆਪਣੇ ਧੜੇ ਨੂੰ ਕਾਇਮ ਕਰਨ ਲਈ, ਮਜ਼ਬੂਤ ਕਰਨ ਲਈ ਜ਼ੋਰ ਲਾਈ ਜਾਂਦੇ ਆ, ਲਾਈ ਜਾਂਦੇ ਆ, ਲਾਈ ਜਾਂਦੇ ਆ। ਸਾਰਿਆਂ ਨੂੰ ਇਹ ਬਿਮਾਰੀ ਹੈ, ਸਾਰਿਆਂ ਨੂੰ ਇਹ ਹੈ। ਮੁਸਲਮਾਨਾਂ ਨੂੰ ਵੀ ਹੈ, ਹਿੰਦੂਆਂ ਨੂੰ ਵੀ ਹੈ, ਸੰਨਿਆਸੀਆਂ ਨੂੰ ਵੀ, ਬੈਰਾਗੀਆਂ ਨੂੰ, ਜੋਗੀਆਂ ਨੂੰ ਵੀ, ਸਾਰਿਆਂ ਨੂੰ ਇਹ ਰੋਗ ਲੱਗਾ ਹੋਇਆ ਹੈ। ਜੋ ਜੁਗਿਆਨ ਕੇ ਜਾਏ ਕਹੈ, ਜੇ ਕੋਈ ਜੋਗਿਆਨ ਜੋਗੀਆਂ ਕੋਲ ਜਾਵੇ ਤੇ ਉਹਨਾਂ ਨੂੰ ਜਾ ਕੇ ਕਵੇ ਵੀ ਜੋਗੀ ਜੀ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਆਪਣਾ ਚੇਲਾ ਬਣਾ ਲਓ। ਆਪਣਾ ਚੇਲਾ ਬਣਾ ਕੇ ਤੇ ਮੈਨੂੰ ਤੁਸੀਂ ਮੰਤਰ ਦਿਓ, ਕੋਈ ਐਸਾ ਰੱਬ ਦਾ ਰਾਹ ਦੱਸੋ ਵੀ ਜਿਹਦੇ ਤੇ ਤੁਰ ਕੇ ਮੇਰਾ ਭਲਾ ਹੋ ਜਾਵੇ। ਹਾਂਜੀ, ਸਭ ਜੋਗਨ ਕੋ ਗ੍ਰਹਿ ਮਾਲ ਉਠੈ ਦੇ। ਅੱਗੋਂ ਉਹ ਕੀ ਕਹਿੰਦੇ ਨੇ ਜੋਗੀ? ਉਹ ਕਹਿੰਦੇ ਹਾਂ ਅਸੀਂ ਤੈਨੂੰ ਚੇਲਾ ਬਣਾ ਲਾਂਗੇ, ਚੇਲਾ ਮੁੰਡ ਲਾਂਗੇ, ਜੋ ਕੁਝ ਤੇਰੇ ਕੋਲ ਮਾਲ ਮੱਤਾ ਸਾਰਾ ਸਾਨੂੰ ਦੇ ਦੇ। ਸਤਿਕਾਰਯੋਗ ਗਿਆਨੀ ਕਰਤਾਰ ਸਿੰਘ ਜੀ ਮੋਟਾ ਅੱਖਰ ਪੰਥ ਵਿੱਚ ਬੜੇ ਮਹਾਨ ਵਿਦਵਾਨ ਹੋਏ ਨੇ। ਕੁਝ ਸਾਲ ਪਹਿਲਾਂ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ। ਬੜੇ ਤਿਆਗੀ ਬੈਰਾਗੀ ਵਿਦਵਾਨ ਸਨ। ਨਿਹੰਗ ਸਿੰਘਾਂ ਵਿੱਚ ਉਹਨਾਂ ਵਰਗਾ ਵੱਡਾ ਵਿਦਵਾਨ ਸ਼ਾਇਦ ਹੀ ਕੋਈ ਹੋਵੇ ਉਸ ਸਮੇਂ ਵਿੱਚ। ਫਾਰਸੀ, ਅੰਗਰੇਜ਼ੀ ਦੇ ਤੇ ਉਰਦੂ ਦੇ, ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਕੋਲੋਂ ਵਿੱਦਿਆ ਪੜ੍ਹੀ। ਬੰਦੇ ਘਾਟ ਬਹੁਤ ਸਮਾਂ ਹਜ਼ੂਰ ਸਾਹਿਬ ਵੀ ਰਹੇ। ਬਾਬਾ ਜੀ, ਬਾਬਾ ਦਇਆ ਸਿੰਘ ਜੀ ਵਿਧੀ ਚੰਦੀਏ, ਬਾਬਾ ਸੁਰ ਸਿੰਘ ਜੀ ਵਾਲੇ ਉਹਨਾਂ ਕੋਲ ਵੀ ਬਹੁਤ ਸਮਾਂ, ਤੇ ਅੰਤ ਸਮਾਂ ਖੰਡੂਰ ਸਾਹਿਬ ਦੇ ਲਾਗੇ ਉਹ ਰਹੇ ਨੇ। ਉਹ ਜਦੋਂ ਨਿਹੰਗ ਸਿੰਘ ਬਣੇ ਤਾਂ ਉਹ ਦੱਸਦੇ ਹੁੰਦੇ, ਕਹਿੰਦੇ ਮੈਂ 10ਵੀਂ ਦਾ ਪੇਪਰ ਦਿੱਤਾ ਲਾਹੌਰ ਦੇ ਵਿੱਚ, ਤੇ 10ਵੀਂ ਦਾ ਪੇਪਰ ਦੇ ਕੇ ਤੇ ਘਰ ਮੈਂ 2-4 ਮਹੀਨੇ ਹੋਏ ਤੇ ਮੇਰੇ ਮਾਂ-ਬਾਪ ਕਹਿੰਦੇ ਕੰਮ ਕਰ, ਤੂੰ ਪੜ੍ਹਿਆ ਲਿਖਿਆ। ਤੇ ਕਹਿੰਦਾ ਉਹ ਕੰਮ ਤੇ ਜਦੋਂ ਲੱਭਣਾ ਸੀ ਉਦੋਂ ਹੀ ਲੱਭਣਾ ਸੀ। ਘਰ 'ਚ ਖਟਪਟ ਜੀ ਸ਼ੁਰੂ ਹੋ ਗਈ ਤੇ ਮੈਂ ਘਰਦਿਆਂ ਨਾਲ ਲੜ ਪਿਆ। ਘਰਦਿਆਂ ਨਾਲ ਲੜਿਆ ਵੀ ਚਲੋ ਮੈਂ ਘਰ ਨਹੀਂ ਵੜਨਾ, ਮੈਂ ਘਰੋਂ ਦੌੜ ਗਿਆ। ਕਹਿੰਦੇ ਘਰੋਂ ਦੌੜ ਕੇ ਗਿਆ, ਬਾਜ਼ਾਰ ਦੇ ਵਿੱਚ ਭੁੱਖ ਲੱਗ ਗਈ, ਜੇਬ 'ਚ ਪੱਲੇ ਪੈਸਾ ਵੀ ਕੋਈ ਨਹੀਂ ਸੀ। ਸੋਚਿਆ ਵੀ ਹੁਣ ਕਿੱਧਰ ਜਾਈਏ। ਕਹਿੰਦੇ ਅੱਗੇ 4 ਸਾਧ ਜੋਗੀ ਤੁਰੇ ਜਾਂਦੇ। ਜੋਗੀਆਂ ਦੇ ਕਈ ਜਥੇ ਹਨ। ਇੱਕ ਜੋਗੀ ਹੁੰਦੇ ਮੁੰਡਤ, ਉਹ ਬਿਲਕੁਲ ਸਿਰ ਸਾਫ਼ ਕੀਤਾ ਹੁੰਦਾ, ਮੁੰਡਿਆ ਹੁੰਦਾ, ਉਹਨਾਂ ਨੇ ਟਿੰਡ ਕੱਢੀ ਹੁੰਦੀ ਹੈ ਸਾਫ਼ ਕਰਕੇ। ਕਹਿੰਦੇ ਉਹ ਮੁੰਡਤ ਜਾ ਰਹੇ ਸੀਗੇ। ਉਹਨਾਂ ਕੋਲ ਜਾ ਕੇ ਮੈਂ ਕਿਹਾ ਸਾਧਾਂ ਨੂੰ ਵੀ ਬਾਬਾ ਜੀ ਤੁਹਾਡਾ ਚੇਲਾ ਬਣਨਾ, ਬਣਾ ਲਓਗੇ? ਕਹਿੰਦਾ ਮੇਰੇ ਮਨ ਵਿੱਚ ਤਾਂ ਇਹ ਸੀ ਵੀ ਚੱਲ ਇਹ ਦੁਪਹਿਰ ਨੂੰ ਕਿਤੇ ਨਾ ਕਿਤੇ ਤੇ ਰੋਟੀ ਖਾਣਗੇ, ਮੈਨੂੰ ਵੀ ਦੇ ਦੇਣਗੇ। ਤੇ ਕਹਿੰਦੇ ਹਾਂ ਹਾਂ ਬਣਾ ਲਾਂਗੇ ਚੇਲੇ, ਤੇ ਚੇਲਾ ਤੈਨੂੰ ਪਹਿਲਾਂ ਤੇਰਾ ਸਿਰ ਮੁੰਨਾਂਗੇ ਤੇ ਫਿਰ ਤੈਨੂੰ ਚੇਲਾ ਬਣਾਵਾਂਗੇ। ਚੇਲਾ ਮੁੰਡਾਂਗੇ ਉਹਨਾਂ ਨੇ ਕਿਹਾ। ਜਦੋਂ ਮੁੰਡਾਂਗੇ ਤੇ ਇਹਨਾਂ ਨੇ ਪੁੱਛਿਆ ਵੀ ਮੁੰਡਾਂਗੇ ਦਾ ਕੀ ਮਤਲਬ ਹੈ? ਕਹਿੰਦੇ ਤੇਰਾ ਸਿਰ ਮੁੰਡਾਂਗੇ। ਕਹਿੰਦੇ ਮੈਂ ਡਰ ਗਿਆ ਵੀ ਮੇਰੇ ਮਾਂ-ਬਾਪ ਸਿੱਖ ਨੇ, ਦਾਦਾ ਦਾਦੀ ਸਿੱਖ ਚਾਰੇ, ਤੇ ਹੁਣ ਇਹ ਮੇਰਾ ਸਿਰ ਮੁੰਡਣਗੇ। ਕਹਿੰਦੇ ਮੈਂ ਤੁਰਿਆ ਜਾਵਾਂ, ਅੱਗੇ 4 ਨਿਹੰਗ ਸਿੰਘ ਉੱਧਰੋਂ ਹੀ ਬਾਜ਼ਾਰ 'ਚੋਂ ਆਉਂਦੇ। ਕਹਿੰਦਾ ਮੈਂ ਭੱਜ ਕੇ ਉਹਨਾਂ ਕੋਲ ਚਲਾ ਗਿਆ। ਮੈਂ ਉਹਨਾਂ ਨੂੰ ਜਾ ਕੇ ਆਖਿਆ ਬਾਬਾ ਜੀ ਵੀ ਇਹ ਚੇਲਾ ਬਣਾਉਣ ਵਾਸਤੇ ਸਿਰ ਮੁੰਨਣਾ ਪੈਂਦਾ। ਉਹਨੇ ਗਾਲ ਕੱਢ ਕੇ ਬੋਲੇ, ਕਹਿੰਦੇ ਕਿਹੜਾ ਕੰਜਰ? ਕਹਿੰਦਾ ਸਲੋਤਰ ਚੁੱਕ ਕੇ ਉਹ ਸਾਧਾਂ ਨੂੰ ਤੇ ਭਜਾ ਦਿੱਤਾ। ਤੇ ਕਹਿੰਦੇ ਉਹ ਨਿਹੰਗ ਸਿੰਘ ਮੈਨੂੰ ਗੁਰਦੁਆਰੇ ਲੈ ਗਏ। ਉੱਥੇ ਗ੍ਰੰਥੀ ਸਿੰਘ ਸੀ 5ਵਾਂ,
ਉਹਨੂੰ ਨਾਲ ਲਾ ਲਿਆ, ਬਾਟਾ ਖੰਡਾ ਕੱਢ ਕੇ ਉੱਥੇ ਅੰਮ੍ਰਿਤ ਛਕਾ ਕੇ ਕਹਿੰਦੇ ਹੁਣ ਤੂੰ ਚੇਲਾ ਬਣ ਗਿਆ ਸਾਡਾ। ਕਹਿੰਦੇ ਬਸ ਹੁਣ ਠੀਕ ਹੈ ਕੰਮ, ਅੰਮ੍ਰਿਤ ਛਕਾ ਦਿੱਤਾ। ਅਤੇ ਇੱਥੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਿਹੜੇ ਜੋਗੀਆਂ ਕੋਲ ਜਾਵੇ ਨਾ, ਪਹਿਲਾਂ ਉਹਦਾ ਸਿਰ ਮੂੰਹ ਮੁੰਡਦੇ ਆ। ਸਿਰ ਮੂੰਹ ਮੁੰਡਣ ਦਾ ਮਤਲਬ ਹੈ ਵੀ ਉਹਦਾ ਦੁਨੀਆ ਨਾਲੋਂ ਨਾਤਾ ਟੁੱਟ ਗਿਆ, ਸੁੰਦਰਤਾ ਸਾਰੀ ਖਤਮ ਕਰ ਦਿੱਤੀ। ਜੋ ਜੁਗਿਆਨ ਕੇ ਜਾਏ ਕਹੈ ਸਭ ਜੋਗਨ ਕੋ ਗ੍ਰਹਿ ਮਾਲ ਉਠਾਇਦਾ। ਕਹਿੰਦੇ ਸਾਰਾ ਮਾਲ ਮੱਤਾ ਜੋਗੀਆਂ ਨੂੰ ਦੇ ਦੇ, ਫਿਰ ਤੈਨੂੰ ਜੋਗੀ ਬਣਾਵਾਂਗੇ, ਚੇਲਾ ਬਣਾਵਾਂਗੇ। ਜੋ ਪਰੋ ਭਾਜ ਸੰਨਿਆਸਨ ਦੇ। ਜੇ ਸੰਨਿਆਸੀਆਂ ਦੇ ਘਰ ਜਾਈਏ, ਸੰਨਿਆਸੀਆਂ ਦੇ ਚੇਲੇ ਬਣੀਏ, ਉਹਨਾਂ ਨੂੰ ਆਖੀਏ ਵੀ ਬਾਬਾ ਜੀ ਕੋਈ ਰੱਬ ਦੀ ਗੱਲ ਦੱਸੋ, ਕੋਈ ਰੱਬ ਦਾ ਰਾਹ ਦੱਸੋ, ਤੇ ਉਹ ਅੱਗੋਂ ਇੰਜ ਕਹਿੰਦੇ ਹਨ, ਕਹਿ ਦਤ ਕੇ ਨਾਮ ਪੈ ਧਾਮ ਲੁਟੈ ਦੇ। ਕਹਿੰਦੇ ਕੌਣ ਕਹਿੰਦਾ ਵੀ ਤੁਹਾਨੂੰ ਰੱਬ ਦਾ ਰਾਹ ਨਹੀਂ ਦੱਸਾਂਗੇ? ਅਸੀਂ ਦੱਸਾਂਗੇ, ਪਰ ਦੱਸਾਂਗੇ ਤਾਂ ਜੇ ਦੱਤ ਦੇ ਨਾਂ ਦੇ ਉੱਤੇ ਸਾਰਾ ਕੁਝ ਦਾਨ ਕਰੋਗੇ। ਦੱਤ ਕੇ ਨਾਮ ਪੇ, ਦੱਤਾਤਰੇय ਦੇ ਨਾਂ ਤੇ ਆਪਣਾ ਧਾਮ ਲੁਟਾ ਦੇ, ਘਰ ਹੀ ਲੁਟਾ ਦੇ ਸਾਰਾ। ਜੋ ਕਰ ਕੋ ਮਸੰਦਨ ਸੋ ਕਹੈ। ਹੁਣ ਮਸੰਦਾਂ ਦੀ ਮਹਾਰਾਜ ਗੱਲ ਕਰਦੇ ਆ। ਇਹ ਮਸੰਦ ਕੌਣ ਸੀਗੇ ਸਾਧ ਸੰਗਤ ਜੀ? ਇਹ ਗੁਰੂ ਘਰ ਦੇ ਵਿੱਚ ਸੀਗੇ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਮਸੰਦਾਂ ਦੀ ਪ੍ਰਥਾ ਸ਼ੁਰੂ ਹੋਈ। ਪਹਿਲਾਂ ਵੀ ਗੁਰੂ ਸਾਹਿਬ ਜੀ ਨੇ 22 ਮੰਜੀਆਂ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀਆਂ। ਜਿਹੜੇ ਮਹਾਪੁਰਸ਼ ਬ੍ਰਹਮ ਗਿਆਨੀ ਸਾਧੂ ਸਨ, ਬੰਦਗੀ ਵਾਲੇ, ਉਹਨਾਂ ਨੂੰ ਮੰਜੀਆਂ ਦਿੱਤੀਆਂ। ਗੁਰੂ ਅਮਰਦਾਸ ਜੀ ਨੇ 22 ਸੂਬੇ ਬਣਾਏ। ਹਿੰਦੁਸਤਾਨ ਦੇ 22 ਸੂਬਿਆਂ ਵਿੱਚ ਇੱਕ ਇੱਕ ਸੂਬੇ 'ਚ ਇੱਕ ਮੰਜੀ ਥਾਪੀ। ਉਹਨਾਂ ਨੂੰ ਆਖਿਆ ਵੀ ਤੁਸੀਂ ਆਪਣੇ ਆਪਣੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕਰਿਆ ਕਰੋ। ਉਹ ਮਹਾਂਪੁਰਸ਼ ਸਨ, ਬੰਦਗੀ ਵਾਲੇ ਸਨ। ਉਹਨਾਂ ਵਿੱਚੋਂ ਕਈ ਹਿੰਦੂ ਧਰਮ ਵਿੱਚੋਂ ਸਨ, ਕਈ ਮੁਸਲਮਾਨ ਵੀ ਸਨ, ਪਰ ਅਵਸਥਾ ਉੱਚੀ ਸੀ, ਗੁਰੂ ਨਾਲ ਜੁੜੇ ਹੋਏ ਸਨ। ਉਹਨਾਂ ਨੇ ਪ੍ਰਚਾਰ ਕੀਤਾ। ਕਹਿੰਦੇ ਗੁਰੂ ਰਾਮਦਾਸ ਜੀ ਦੇ ਸਮੇਂ 52 ਮੰਜੀਆਂ ਹੋ ਗਈਆਂ। ਦੂਰ ਦੂਰ ਤੱਕ ਪ੍ਰਚਾਰਕ ਭੇਜ ਦਿੱਤੇ। ਉਹਨਾਂ ਨੂੰ ਕਹਿੰਦੇ ਮਸੰਦ, ਕਿਉਂਕਿ ਮੰਜੀ ਦਾ, ਗੱਦੀ ਦਾ ਜੋ ਫਾਰਸੀ ਵਿੱਚ ਸ਼ਬਦ ਆਉਂਦਾ ਉਹ ਹੈ ਮਸ਼ਨਦ। ਜਿਹੜਾ ਮਸ਼ਨਦ ਉੱਤੇ ਬੈਠੇ ਉਹ ਹੈ ਮਸੰਦ। ਉਹ ਜਿਹੜੇ ਮਸੰਦ ਸੀਗੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਉਸੇ ਤਰ੍ਹਾਂ ਹੀ ਸੇਵਾ ਕਰਦੇ ਰਹੇ। ਸਤਿਗੁਰੂ ਹਰਿਰਾਏ ਸਾਹਿਬ ਦੇ ਸਮੇਂ ਤੱਕ ਆ ਕੇ ਕੁਝ ਵਿਗੜਨ ਵੀ ਲੱਗ ਪਏ, ਆਪਣੀ ਪੂਜਾ ਕਰਾਉਣ ਲੱਗ ਪਏ, ਆਪਣੇ ਆਪਣੇ ਪਾਸੇ ਮੂੰਹ ਕਰ ਲਿਆ। ਜਦੋਂ ਗੁਰੂ ਹਰਿਰਾਏ ਸਾਹਿਬ ਜੋਤੀ ਜੋਤ ਸਮਾਏ, ਬਾਬਾ ਰਾਮ ਰਾਏ ਦੇ ਮਸੰਦ ਵੱਖਰੇ ਹੋ ਗਏ, ਧੀਰ ਮੱਲ ਦੇ ਮਸੰਦ ਵੱਖਰੇ ਹੋ ਗਏ, ਤੇ ਵੱਖਰੇ ਵੱਖਰੇ ਪਾਸੇ ਇਹਨਾਂ ਨੇ ਮੂੰਹ ਕਰ ਦਿੱਤੇ ਸੰਗਤ ਨੂੰ। ਤੇ ਇਹ ਵੀ ਕਹਿਣ ਲੱਗ ਪਏ ਵੀ ਅਸੀਂ ਜਿਹਨੂੰ ਮਰਜ਼ੀ ਗੁਰੂ ਬਣਾ ਦਈਏ, ਗੁਰੂ ਬਣਾਉਣਾ ਤੇ ਸਾਡੇ ਵੱਸ ਦੀ ਗੱਲ ਹੈ, ਸਾਡੇ ਹੱਥ ਦੀ ਖੇਡ ਹੈ। ਗੁਰੂ ਹਰਿਰਾਏ ਸਾਹਿਬ ਜੀ ਇੱਕ ਵਾਰੀ ਪਹਾੜ ਦੀ ਚੋਟੀ ਤੇ ਖੜੇ, ਕਹਿੰਦੇ ਕਈ ਘੰਟੇ ਇੱਕੋ ਪਾਸੇ ਦੇਖਦੇ ਰਹੇ ਸਨ। ਸੰਗਤ ਨੇ ਪੁੱਛਿਆ, ਮਹਾਰਾਜ ਆਪ ਜੀ ਕੀ ਦੇਖ ਰਹੇ ਸੀ? ਮਹਾਰਾਜ ਕਹਿੰਦੇ ਅਸੀਂ ਦੇਖ ਰਹੇ ਸੀ ਵੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਜਹਾਜ਼ ਬਣਾਇਆ ਸੀ ਉਹ ਟੋਟੇ ਟੋਟੇ ਹੋ ਗਿਆ, ਖਿੰਡ ਗਿਆ। ਸੰਗਤ ਬੜੀ ਹੈਰਾਨ ਹੋਈ, ਡਰ ਗਈ, ਕਹਿਣ ਲੱਗੀ ਮਹਾਰਾਜ ਇਹ ਗੁਰੂ ਨਾਨਕ ਦਾ ਜਹਾਜ਼ ਟੁੱਟ ਗਿਆ ਹੈ, ਉਹਨੂੰ ਸਾਂਭਣਾ, ਇਕੱਠੇ ਕਰਨਾ, ਉਹਨੂੰ ਸਿਰੇ ਲਾਉਣਾ ਤੁਹਾਡਾ ਕੰਮ ਹੈ, ਤੁਸੀਂ ਇਹਨੂੰ ਇਕੱਠਾ ਕਰੋ। ਗੁਰੂ ਹਰਿਰਾਏ ਸਾਹਿਬ ਕਹਿੰਦੇ 10ਵੇਂ ਜਾਮੇ 'ਚ ਇਕੱਠੇ ਕਰਾਂਗੇ। ਇਹ 7ਵੇਂ ਪਾਤਸ਼ਾਹ ਨੇ ਬਚਨ ਕਰ ਦਿੱਤੇ ਸੀ ਵੀ 10ਵੇਂ ਜਾਮੇ 'ਚ ਜਹਾਜ਼ ਇਕੱਠਾ ਕਰਾਂਗੇ। ਵੱਖਰੀਆਂ ਵੱਖਰੀਆਂ ਜਿਹੜੀਆਂ ਸੰਗਤਾਂ ਟੁੱਟ ਗਈਆਂ, ਕੋਈ ਧੀਰ ਮੱਲੀਆਂ ਚਲੀਆਂ ਗਈਆਂ ਸੰਗਤਾਂ, ਮਸੰਦ ਉੱਧਰ ਲੈ ਗਏ, ਕੁਝ ਰਾਮ ਰਾਏ ਵੱਲ ਚਲੀਆਂ ਗਈਆਂ, ਕੁਝ ਬਾਬਾ ਪ੍ਰਿਥੀ ਚੰਦ ਦੇ ਪਰਿਵਾਰ ਵਾਲੇ ਮੀਣੇ ਵੱਖਰੀ ਗੱਦੀ ਲਾਈ ਬੈਠੇ। ਇਹ ਗੁਰੂ ਸਾਹਿਬ ਦਾ ਇਸ਼ਾਰਾ ਇਹਨਾਂ ਮਸੰਦਾਂ ਦੀ ਕਰਤੂਤ ਵੱਲ ਹੀ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਮਸੰਦਾਂ ਨੇ ਕਈ ਹਰਕਤਾਂ ਕੀਤੀਆਂ ਮਾੜੀਆਂ। ਧਮਧਾਨ ਸਾਹਿਬ ਦੱਗੋ ਮਸੰਦ ਨੂੰ ਮਹਾਰਾਜ ਮਾਇਆ ਦੇ ਗਏ ਵੀ ਖੂਹ ਲਵਾ ਦੇਈ। ਉਸ ਦੱਗੋ ਮਸੰਦ ਨੇ ਖੂਹ ਆਪਣੇ ਖੇਤਾਂ 'ਚ ਲਵਾ ਲਿਆ, ਜਿੱਥੇ ਉਹਦੇ ਆਪਣੇ ਖੇਤ ਸੀਗੇ। ਮਾਇਆ ਗੁਰੂ ਘਰ ਦੀ ਲਵਾ ਲਿਆ ਆਪਣੇ ਖੇਤਾਂ 'ਚ। ਭਾਣਾ ਪਰਮੇਸ਼ਰ ਦਾ ਐਸਾ ਵਰਤਿਆ, ਖੂਹ ਦਾ ਮਹਿਲ ਉੱਪਰ ਹੀ ਖੜਾ ਰਹਿ ਗਿਆ, ਥੱਲੇ ਗਿਆ ਹੀ ਨਹੀਂ। ਜ਼ੋਰ ਲਾ ਲਿਆ, ਥੱਲੇ ਨਹੀਂ ਗਿਆ, ਅਜੇ ਤੱਕ ਉੱਥੇ ਉੱਪਰ ਹੀ ਖੜਾ ਹੈ। ਤੁਸੀਂ ਜਾ ਕੇ ਦੇਖ ਸਕਦੇ ਹੋ ਧਮਧਾਨ ਸਾਹਿਬ।
ਉਹ ਖੂਹ ਥੱਲੇ ਗਰਕ ਨਹੀਂ ਹੋਇਆ, ਧਰਤੀ ਦੇ ਵਿੱਚ ਜਾ ਹੀ ਨਹੀਂ ਸਕਿਆ, ਉਹਨੂੰ ਉਤਾਰ ਨਹੀਂ ਸਕੇ ਉਹਦਾ ਮਹਿਲ। ਕਿਉਂਕਿ ਜਦੋਂ ਖੂਹ ਬਣਾਉਂਦੇ ਆ ਪਹਿਲਾਂ ਉੱਤੇ ਮਹਿਲ ਚਿਣ ਦਿੰਦੇ ਆ ਉੱਚਾ, ਫਿਰ ਉੱਤੇ ਭਾਰ ਪਾਈ ਜਾਂਦੇ, ਉਹਨੂੰ ਥੱਲੇ ਕਰੀ ਜਾਂਦੇ ਆ, ਚੱਕਦੇ, ਉਹ ਥੱਲੇ ਗਿਆ ਹੀ ਨਹੀਂ ਜ਼ਮੀਨ 'ਚ, ਉੱਦਾਂ ਹੀ ਖੜਾ ਰਹਿ ਗਿਆ। ਇੱਦਾਂ ਹੋਰ ਕਈ ਮਸੰਦਾਂ ਨੇ ਹਰਕਤਾਂ ਕੀਤੀਆਂ। ਇੱਕ ਘੋਗਾ ਮਸੰਦ ਸੀਗਾ ਸਾਡੇ ਅੰਬਾਲੇ ਤੋਂ ਕੋਈ 10 ਕਿਲੋਮੀਟਰ 'ਤੇ ਨਨੇੜੀ ਪਿੰਡ ਹੈ। ਉਹਨੇ ਗੁਰੂ ਘਰ ਦੀ ਦਾਸੀ ਆਪਣੇ ਘਰ ਲੁਕਾ ਲਈ ਜਦੋਂ ਮਹਾਰਾਜ ਤੁਰਨ ਲੱਗੇ 9ਵੇਂ ਪਾਤਸ਼ਾਹ। ਇਸ ਤਰ੍ਹਾਂ ਦੀਆਂ ਮਸੰਦਾਂ ਦੀਆਂ ਹਰਕਤਾਂ 9ਵੇਂ ਪਾਤਸ਼ਾਹ ਦੇ ਸਮੇਂ ਵੀ ਹੁੰਦੀਆਂ ਰਹੀਆਂ। 10ਵੇਂ ਜਾਮੇ ਜਦੋਂ ਕਲਗੀਧਰ ਪਾਤਸ਼ਾਹ ਜੀ ਆਏ ਤੇ ਮਸੰਦਾਂ ਨੇ ਬਹੁਤ ਚੋਰੀਆਂ ਠੱਗੀਆਂ ਕਰਨੀਆਂ ਸ਼ੁਰੂ ਕਰਤੀਆਂ। ਇਹ ਵੀ ਕਹਿਣਾ ਸ਼ੁਰੂ ਕਰਤਾ ਵੀ ਗੁਰੂ ਤੇ ਨਿਆਣਾ ਹੀ ਹੈ, ਛੋਟੀ ਉਮਰ ਦਾ ਹੈ, ਅਸੀਂ ਜਾਣ ਬੜੇ ਸਿਆਣੇ ਆ, ਜੇ ਅਸੀਂ ਨਾ ਹੋਈਏ ਗੁਰੂ ਘਰ ਦਾ ਕੰਮ ਹੀ ਨਹੀਂ ਚੱਲਦਾ। ਚੇਤੋ ਮਸੰਦ ਨੇ ਗੁਰੂ ਘਰ ਦਾ ਖਜ਼ਾਨਾ ਬਹੁਤ ਚੋਰੀ ਕੀਤਾ। ਮਾਤਾ ਜੀ ਦੇ ਵਾਸਤੇ ਆਏ ਹੋਏ ਸੋਨੇ ਦੇ ਕੜੇ ਵੀ ਚੁਰਾ ਲਏ। ਇਹ ਜਦੋਂ ਇੱਦਾਂ ਮਸੰਦਾਂ ਦੀਆਂ ਹਰਕਤਾਂ ਸਾਹਮਣੇ ਆਈਆਂ ਤੇ ਸੰਗਤਾਂ ਤੋਂ ਰੋਜ਼ ਸ਼ਿਕਾਇਤਾਂ ਆਉਣ ਲੱਗੀਆਂ ਤੇ ਮਹਾਰਾਜ ਕਹਿੰਦੇ ਵੀ ਸਾਨੂੰ ਮਸੰਦਾਂ ਦਾ ਸਾਂਗ ਕਰਕੇ ਦਿਖਾਓ। ਨਟਾਂ ਨੂੰ ਬੁਲਾਇਆ, ਜਿਹੜੇ ਨਕਲੀਏ ਹੁੰਦੇ ਨਕਲ ਕਰ ਦਿੰਦੇ, ਜਿਹੜੀ ਚੀਜ਼ ਦੇ ਵੀ ਕਹਿ ਦੇ ਉਹਦਾ ਹੀ ਪੂਰਾ ਸਾਂਗ ਲਾ ਦਿੰਦੇ ਆ। ਉਹ ਸਾਂਗ ਲਾਉਣ ਵਾਲੇ ਨਟ ਆਏ, ਉਹਨਾਂ ਨੇ ਮਸੰਦਾਂ ਦਾ ਸਾਂਗ ਬਣਾਉਣ ਦੀ 15 ਦਿਨ ਦੀ ਗੁਰੂ ਸਾਹਿਬ ਤੋਂ ਮੁਹਲਤ ਮੰਗੀ ਤੇ 15ਵੇਂ ਦਿਨ ਆ ਕੇ ਉਹਨਾਂ ਨੇ ਅਖਾੜਾ ਲਾ ਕੇ 10ਵੇਂ ਪਾਤਸ਼ਾਹ ਦੇ ਸਾਹਮਣੇ ਨਾਟਕ ਖੇਡਿਆ, ਮਸੰਦਾਂ ਦਾ ਨਾਟਕ। ਉਹਦੇ 'ਚ ਇੱਕ ਮੋਟਾ ਜਿਹਾ ਬੜੇ ਸੋਹਣੇ ਦਾੜੇ ਵਾਲਾ ਬੜਾ ਭਾਰਾ ਜਿਹਾ ਨਟ ਮਸੰਦ ਬਣ ਗਿਆ। ਉਹਨੇ ਸਿਰ 'ਤੇ ਬੜੀ ਵੱਡੀ ਪੱਗ ਬੰਨੀ ਹੋਈ, ਲੰਮਾ ਬੜਾ ਸੋਹਣਾ ਚੋਲਾ ਵੀ ਪਾਇਆ ਹੋਇਆ, ਹੱਥ ਵਿੱਚ ਦੋਵਾਂ ਹੱਥਾਂ 'ਚ ਸੋਨੇ ਦੇ ਕੜੇ ਪਾਏ ਹੋਏ, ਗਾੜ 'ਚ ਸੋਨੇ ਦੀ ਚੈਨੀ ਪਾਈ ਹੋਈ, ਸੋਨੇ ਦਾ ਹਾਰ ਪਾਇਆ ਹੋਇਆ, ਤੇ ਆਪਣੇ ਨਾਲ ਬੜੀ ਵਧੀਆ ਘੋੜੀ ਤੇ ਇੱਕ ਨੌਕਰ ਤੇ ਇੱਕ ਕੰਜਰੀ ਵੇਸ਼ਿਆ, ਤੇ ਉਹਨੂੰ ਲੈ ਕੇ ਤੁਰਿਆ ਆਉਂਦਾ। ਅੱਗੇ ਇੱਕ ਗਰੀਬ ਜਿਹੇ ਸਿੱਖ ਦਾ ਘਰ ਹੈ ਪਿੰਡ ਦੇ ਵਿੱਚ, ਉਹਦੇ ਘਰ ਆ ਵੜਦਾ। ਆ ਕੇ ਉਹ ਗੁਰੂ ਮਾਰਿਆ ਇੱਦਾਂ ਆਵਾਜ਼ ਮਾਰਦਾ। ਉਹ ਵਿਚਾਰਾ ਡਰਦਾ ਡਰਦਾ ਸਿੱਖ ਜਾ ਕੇ ਪੈਰੀ ਪੈ ਜਾਂਦਾ। ਹਾਂਜੀ ਮਹਾਰਾਜ ਗੁਰੂ ਕੇ ਆ ਗਏ, ਜੀ ਆਇਆਂ ਨੂੰ, ਜੀ ਆਇਆਂ ਨੂੰ। ਉਹ ਸਿੱਖ ਗਰੀਬ ਜਿਹਾ ਮੰਜਾ ਡਾਹ ਕੇ ਉੱਤੇ ਇੱਕ ਚਾਦਰ ਦਰੀ ਵਿਛਾ ਕੇ ਗੁਆਂਢ 'ਚੋਂ ਮੰਗ ਕੇ ਲਿਆਉਂਦਾ। ਉਹਦੇ ਘਰ ਹੁੰਦੀ ਨਹੀਂ, ਕਿਸੇ ਦੇ ਘਰੋਂ ਮੰਜੀ ਮੰਗਦਾ, ਕਿਸੇ ਦੇ ਘਰੋਂ ਦਰੀ ਮੰਗਦਾ, ਕਿਸੇ ਦੇ ਘਰੋਂ ਚਾਦਰ ਮੰਗਦਾ। ਉਹ ਜੋ ਵਿਛਾਉਂਦਾ ਤੇ ਉਹ ਚੁੱਕ ਕੇ ਸੁੱਟ ਦਿੰਦੇ ਆ, ਕਹਿੰਦੇ ਇਹ ਕੀ ਹੈ, ਸਾਡੇ ਵਾਸਤੇ ਪਲੰਘ ਲੈ ਕੇ ਆ। ਉਹ ਵਿਚਾਰਾ ਫਿਰ ਕਿਸੇ ਦੂਰੋਂ ਜਾ ਕੇ ਪਲੰਘਾਂ ਲੈ ਕੇ ਆਉਂਦਾ, ਪਲੰਘੇ 'ਤੇ ਪਾਉਂਦਾ। ਉਹ ਗਰੀਬ ਸਿੱਖ ਦੀ ਘਰ ਵਾਲੀ ਜਲ ਛਕਾਉਂਦੀ ਹੈ, ਕਹਿੰਦਾ ਪਾਣੀ ਨਹੀਂ ਪੀਣਾ, ਲੱਸੀ ਲੈ ਕੇ ਆਓ। ਉਹ ਫਿਰ ਲੱਸੀ ਲੁੱਸੀ ਵਧੀਆ ਬਣਾ ਕੇ ਮਿੱਠਾ ਛਕਾਉਂਦੀ ਹੈ। ਫਿਰ ਉਹ ਖਾਣਾ ਤਿਆਰ ਕਰਦੀ, ਕੜਾਹ, ਖੀਰ ਤੇ ਦਾਲ ਸਬਜ਼ੀ ਬਣਾਉਂਦੀ ਹੈ। ਥਾਲੀ 'ਚ ਪਾ ਕੇ ਜਦੋਂ ਰੱਖਦੀ ਹੈ ਉਹ ਚੁੱਕ ਕੇ ਸੁੱਟ ਦਿੰਦੇ, ਕਹਿੰਦੇ ਇਹ ਕੀ ਖਾਣਾ ਹੈ, ਇਹਦਾ ਡੰਗਰਾਂ ਦਾ ਖਾਣਾ, ਮੁਰਗਾ ਲੈ ਕੇ ਆਓ। ਉਹ ਵਿਚਾਰੇ ਮੁਰਗਾ ਲੈ ਕੇ ਆਉਂਦੇ ਆ, ਮੀਟ ਬਣਾਉਂਦੇ ਆ। ਫਿਰ ਕਹਿੰਦਾ ਸ਼ਰਾਬ ਵੀ, ਉਹ ਬੋਤਲ ਵੀ ਲੈ ਕੇ ਆਓ। ਉਹ ਬੋਤਲ ਵੀ ਸ਼ਰਾਬ ਦੀ ਕਰਜ਼ੇ ਦੇ ਪੈਸੇ ਚੁੱਕ ਕੇ ਕਿਤੋਂ ਉਹਦੀ ਸੇਵਾ ਕਰਦੇ। ਜਾਣ ਲੱਗਿਆ ਉਹਨੂੰ ਸਿੱਖ ਨੂੰ ਡਰਾਵਾ ਦਿੰਦਾ, ਗੁਰੂ ਮਾਰਿਆ ਜੇ 21 ਰੁਪਈਏ ਭੇਟਾ ਨਾ ਦਿੱਤੀ ਤੇ ਤੇਰਾ ਮੈਂ ਸਰਾਪ ਦੇ ਦਿਆਂਗਾ, ਘਰ ਬਾਰ ਖਤਮ ਹੋ ਜਾਏਗਾ। ਉਹ ਵਿਚਾਰਾ ਆਪਣੇ ਘਰ ਦੀ ਜ਼ਮੀਨ ਜੋ ਉੱਥੋਂ 2-4 ਕਿੱਲੇ ਹੁੰਦੀ ਆ, ਉਹ ਗਹਿਣੇ ਧਰ ਕੇ 21 ਰੁਪਈਏ ਉਹਨੂੰ ਦਿੰਦਾ। ਜਾਣ ਲੱਗਿਆ ਆਪਣੇ ਉਹ ਜਿਹੜੇ ਪਲੰਘੇ 'ਤੇ ਬੈਠਾ ਹੁੰਦਾ ਉਹਦੇ ਤੋਂ ਬੜਾ ਵਧੀਆ ਖੇਸ ਚੱਕ ਕੇ ਉਹ ਘੋੜੀ 'ਤੇ ਪਾ ਲੈਂਦਾ, ਉਹ ਵੀ ਲੈ ਜਾਂਦਾ, ਭਾਂਡੇ ਚਿੰਡੇ ਵੀ ਚੁੱਕ ਕੇ ਲੈ ਜਾਂਦਾ। 10ਵੇਂ ਪਾਤਸ਼ਾਹ ਇਹ ਨਾਟਕ ਵੇਖ ਕੇ ਅੱਖਾਂ 'ਚ ਲਹੂ ਉਤਰ ਆਇਆ। ਕਹਿਣ ਲੱਗੇ ਅੱਛਾ ਮੇਰੇ ਸਿੱਖਾਂ ਨਾਲੇ ਮਸੰਦ ਇੱਦਾਂ ਦਾ ਹਵਾਲਾ ਕਰਦੇ ਆ, ਸੋਧਾ ਲਾ ਦਿਓ ਇਹਨਾਂ ਨੂੰ। ਫਿਰ ਮਹਾਰਾਜ ਨੇ ਮਸੰਦ ਸਾੜੇ ਸੀ, ਜਿਹੜਾ ਗੁਰਦੁਆਰਾ ਗੁਰੂ ਕੇ ਮਹਿਲਾਂ ਦੇ ਲਾਗੇ ਖੂਹ ਬਣਿਆ, ਉੱਥੇ 120 ਮਸੰਦ ਝਟਕਾਏ ਸੀ ਮਹਾਰਾਜ ਨੇ। ਜਿਹੜੇ ਸੱਚੇ ਸਨ ਉਹ ਬਖਸ਼ੇ ਵੀ ਸਨ, ਪਰ ਜਿਹੜੇ ਕਰਪਟ ਮਸੰਦ ਸਨ, ਦੁਸ਼ਟ ਮਸੰਦ ਸਨ, ਉਹਨਾਂ ਨੂੰ ਫਿਰ ਮਹਾਰਾਜ ਨੇ ਸੋਧਾ ਲਾਇਆ ਸੀ ਮਸੰਦਾਂ ਨੂੰ। ਸੋ ਗੁਰੂ ਸਾਹਿਬ ਇੱਥੇ ਕਹਿੰਦੇ ਜੋ ਕੌਰ ਕਉ ਮਸੰਦਨ ਸੋ ਕਹੈ। ਜੇ ਕੋਈ ਮਸੰਦਾਂ ਨੂੰ ਕਵੇ ਵੀ ਤੁਸੀਂ ਵੀ ਗੁਰੂ ਕੇ ਹੋ, ਗੁਰੂ ਨਾਨਕ ਦੇ ਹੋ, ਤੁਸੀਂ ਕੋਈ ਰੱਬ ਦਾ ਰਾਹ ਦੱਸ ਦਿਓ,
ਤਾਂ ਉਹ ਕੀ ਕਰਦੇ ਹਨ? ਸਰਬ ਦਰਬ ਲੈ ਮੋਹਿ ਅਬੈਦ। ਉਹ ਕਹਿੰਦੇ ਹਾਂ ਰੱਬ ਦੀ ਗੱਲ ਫਿਰ ਦੱਸਾਂਗੇ, ਪਹਿਲਾਂ ਜਿਹੜੀ ਤੇਰੀ ਜੇਬ 'ਚ ਮਾਇਆ ਹੈ ਨਾ ਘਰ 'ਚ, ਉਹ ਸਾਨੂੰ ਦੇ ਤੂੰ ਲਿਆ ਕੇ ਸਾਰੀ। ਲਿਓ ਹੀ ਲਿਓ ਕਹੈ ਸਭ ਕੋ ਨਰ। ਮਹਾਰਾਜ ਕਹਿੰਦੇ ਸਾਰੇ ਲੈਣ ਨੂੰ ਹੀ ਕਹਿੰਦੇ ਆ, ਲਿਆ ਦਿਓ ਮੈਨੂੰ, ਹੋਰ ਦੇ, ਹੋਰ ਮਾਇਆ ਦੇ, ਹੋਰ ਮਾਇਆ ਦੇ। ਕੋ ਨਾ ਬ੍ਰਹਮ ਬਤਾਏ ਹਮੈਦ। ਪਰ ਸਾਨੂੰ ਕੋਈ ਰੱਬ ਦਾ ਰਾਹ ਨਹੀਂ ਦੱਸਦਾ। ਕੋ ਨਾ ਬ੍ਰਹਮ ਬਤਾਏ ਹਮੈਦ, ਕੋਈ ਇਹ ਨਹੀਂ ਦੱਸਦਾ ਵੀ ਤੇਰੇ ਅੰਦਰ ਪ੍ਰਮਾਤਮਾ ਵਸਦਾ, ਉਹਨੂੰ ਦੇਖ। ਉਹ ਰਾਹ ਨਹੀਂ ਦੱਸਦੇ, ਉਹ ਢੰਗ ਨਹੀਂ ਦੱਸਦੇ ਆਤਮਾ ਤੱਕ ਪਹੁੰਚਣ ਦਾ, ਪਰਮੇਸ਼ਰ ਤੱਕ ਪਹੁੰਚਣ ਦਾ। ਸਾਰੇ ਮਾਇਆ ਦੇ ਪੁਜਾਰੀ ਬਣੇ ਬੈਠੇ ਐ। ਇਹ ਬਚਨ ਸ੍ਰੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਆਪਾਂ ਸਰਵਣ ਕੀਤੇ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਜੋ ਕਰ ਕੋ ਮਸੰਦਨ ਸੋ ਕਹੈ ਸਰਬ ਦਰਬ ਲੈ ਮੋਹਿ ਅਬੈਦ। ਲਿਓ ਹੀ ਲਿਓ ਕਹੈ ਸਭ ਕੋ ਨਰ। ਕੋ ਨਾ ਬ੍ਰਹਮ ਬਤਾਏ ਹਮੈਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।